ਵਾਇਸ ਆਫ ਇੰਡੀਆ ਦੇ ਆਪ ਸਾਰਿਆਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਜੀ। ਮੈਂ ਤੁਹਾਡਾ ਦੋਸਤ ਤੇ ਹੋਸਟ ਐਮਪੀ ਸਿੰਘ। ਅੱਜ ਸਾਡੇ ਨਾਲ ਸਟੂਡੀਓ 'ਚ ਸਾਡੇ ਵਿਸ਼ੇਸ਼ ਮਹਿਮਾਨ ਨੇ ਪ੍ਰੋਫੈਸਰ ਆਰ ਐਸ ਬਰਾੜ ਜੀ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਬਰਾੜ ਸਾਹਿਬ, ਸਬਜੈਕਟ ਬੜਾ ਇੰਟਰਸਟਿੰਗ ਜਿਹਾ ਚੁਣਿਆ ਆਪਾਂ, ਹੈਪੀਨੈਸ। ਹਰ ਇੱਕ ਬੰਦਾ ਖੁਸ਼ ਰਹਿਣਾ ਚਾਹੁੰਦਾ, ਖੁਸ਼ ਹੋਣਾ ਚਾਹੁੰਦਾ, ਅੱਕੀ ਪਲਾਈ ਹੱਥ ਮਾਰਦਾ, ਗੱਲ ਬਣਦੀ ਨਹੀਂ। ਕੀ ਆਈਡੀਆਜ਼ ਹੈਗੇ ਆ ਹੈਪੀਨੈਸ ਵਾਸਤੇ? ਮੈਂ ਵਾਇਸ ਆਫ ਇੰਡੀਆ ਮੀਡੀਆ ਦਾ ਬਹੁਤ ਹੀ ਧੰਨਵਾਦੀ ਹਾਂ ਕਿ ਇਹਨਾਂ ਨੇ ਮੈਨੂੰ ਅੱਜ ਫਿਰ ਬੁਲਾਇਆ ਹੈ। ਤੇ ਜੋ ਮੈਂ ਬੜਾ ਦਿਲਚਸਪ ਜਿਹਾ ਇਹ ਵਿਸ਼ਾ ਮੈਨੂੰ ਲੱਗਿਆ, ਆਈਡੀਆ ਆਫ ਹੈਪੀਨੈਸ। ਹਾਂਜੀ। ਮਨੁੱਖ ਜਿਹੜਾ ਹੈ ਸ਼ੁਰੂ ਤੋਂ ਹੀ ਆਪਣੀ ਖੁਸ਼ੀ ਦੀ ਖਾਤਰ ਬਹੁਤ ਐਫਰਟ ਕਰਦਾ। ਉਸ ਨੂੰ ਇਹ ਸਮਝ ਵੀ ਨਹੀਂ ਆਉਂਦੀ ਕਿ ਮੈਂ ਖੁਸ਼ ਹਾਂ ਜਾਂ ਮੈਂ ਗਮੀ 'ਚ ਹਾਂ। ਤਾਂ ਇਸ ਆਈਡੀਆ ਆਫ ਹੈਪੀਨੈਸ, ਜਿਸ ਨੂੰ ਕਹਿੰਦੇ ਅਸੀਂ ਕਿ ਖੁਸ਼ੀ ਦਾ ਖਿਆਲ ਹੈ, ਇਸ ਦੇ 3-4 ਪਹਿਲੂ ਨੇ। ਇੱਕ ਪਹਿਲੂ ਤਾਂ ਹੈ ਕਿ ਮਨੁੱਖ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਕਿਵੇਂ ਮਹਿਸੂਸ ਕਰਦਾ ਹੈ, ਕਿ ਉਹ ਖੁਸ਼ ਰਹਿੰਦਾ ਜਾਂ ਉਦਾਸ ਰਹਿੰਦਾ ਜਾਂ ਗਮ 'ਚ ਰਹਿੰਦਾ ਜਾਂ ਬਹੁਤ ਖੁਸ਼ ਰਹਿੰਦਾ। ਦੂਸਰਾ ਇਹ ਹੈ ਕਿ ਜੋ ਸੁਸਾਇਟੀ ਹੈਗੀ ਆ ਉਹ ਖੁਸ਼ੀ 'ਚ ਰਹਿੰਦੀ ਆ, ਗਮੀ 'ਚ ਰਹਿੰਦੀ ਆ ਜਾਂ ਉਦਾਸੀ 'ਚ ਰਹਿੰਦੀ ਹੈਗੀ ਆ। ਇੱਕ ਇਹਦਾ ਹੈਗਾ ਦਾਰਸ਼ਨਿਕ ਵਿਊ, ਜੋ ਸਾਡੇ ਫਿਲਾਸਫਰ ਹੈ ਉਹ ਦੱਸਦੇ ਨੇ ਕਿ ਖੁਸ਼ੀ ਕੀ ਚੀਜ਼ ਹੈ ਤੇ ਮਨੁੱਖ ਨੇ ਇਹਨੂੰ ਕਿਵੇਂ ਪ੍ਰਾਪਤ ਕਰਨਾ ਹੈਗਾ। ਠੀਕ ਹੈ। ਇੱਕ ਮੈਡੀਕਲ ਵਾਲਿਆਂ ਦਾ ਆਪਣਾ ਵਿਊ ਹੈਗਾ। ਮੈਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਮੈਡੀਕਲ ਵਾਲਿਆਂ ਦਾ ਵਿਊ ਸਾਂਝਾ ਕਰੂੰਗਾ ਕਿ ਮੈਂ ਕਿਸੇ ਡਾਕਟਰ ਨੂੰ ਪੁੱਛਿਆ ਸੀਗਾ ਕਿ ਡਾਕਟਰ ਸਾਹਿਬ ਵੀ ਹੈਪੀਨੈਸ ਜਿਹੜੀ ਹੁੰਦੀ ਆ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ। ਤਾਂ ਉਹਨਾਂ ਨੇ ਮੈਨੂੰ ਬਹੁਤ ਹੀ ਖੂਬਸੂਰਤ ਜਵਾਬ ਦਿੱਤਾ। ਉਹ ਕਹਿੰਦੇ ਤੁਸੀਂ ਨਾ ਬੜੇ ਧਿਆਨ ਨਾਲ ਬੱਚੇ ਨੂੰ ਦੇਖਿਓ। ਜਿਹੜਾ ਬੱਚਾ ਦੁੱਧ ਪੀਂਦਾ, ਜੇ ਉਹਨੂੰ ਸੁਰਤ ਨਹੀਂ ਆਈ, ਦੁੱਧ ਪੀਣ ਤੋਂ ਬਾਅਦ ਕਈ ਵਾਰੀ ਉਹ ਨੀਂਦ ਦੇ ਵਿੱਚ ਬਹੁਤ ਸਮਾਈਲ ਕਰਦਾ, ਕਈ ਵਾਰੀ ਉਹ ਬਹੁਤ ਕਿਲਕਲੀ ਪਾ ਕੇ ਹੱਸਦਾ। ਤਾਂ ਉਹਨਾਂ ਦਾ ਵਿਚਾਰ ਸੀ ਕਿ ਜਿਹੜੀ ਹੈਪੀਨੈਸ ਹੈ ਨਾ, ਦਿਸ ਇਜ਼ ਇਨਹੈਰੈਂਟ ਇਨ ਮੈਨ। ਅੱਛਾ ਜੀ। ਤੇ ਜਿਹੜੇ ਫਿਲਾਸਫਰ ਹੋਏ ਨੇ ਉਹਨਾਂ ਨੇ ਇਸ ਨੂੰ ਬਹੁਤ ਖੂਬਸੂਰਤੀ ਦੇ ਨਾਲ ਇਸ 'ਤੇ ਰਿਸਰਚ ਕੀਤੀ ਕਿ ਮਨੁੱਖ ਇੱਥੇ ਆਉਂਦਾ ਧਰਤੀ ਤੇ ਆ ਕੇ ਕੰਮ ਕਰਦਾ, ਬਹੁਤ ਐਫਰਟ ਕਰਦਾ, ਤੇ ਉਹਦਾ ਗੋਲ ਕੀ ਹੈਗਾ। ਤਾਂ ਜੇ ਅਸੀਂ ਬਿਫੋਰ ਕ੍ਰਾਈਸਟ ਜਾਈਏ, ਅਰਿਸਟੋਟਲ ਹੋਏ ਨੇ। ਤਾਂ ਅਰਿਸਟੋਟਲ ਉਹਨਾਂ ਨੇ ਬਹੁਤ ਹੀ ਇਹਦੇ 'ਤੇ ਰਿਸਰਚ ਕੀਤੀ ਤੇ ਉਹਨਾਂ ਨੇ ਕਿਹਾ ਕਿ ਹੈਪੀਨੈਸ ਇਜ਼ ਦੀ ਗੋਲ ਆਫ ਹਿਊਮਨ ਲਾਈਫ। ਕਿ ਜੇ ਤੁਹਾਡਾ ਜਨਮ ਹੋ ਗਿਆ ਤਾਂ ਤੁਸੀਂ ਖੁਸ਼ੀ ਹੀ ਪ੍ਰਾਪਤ ਕਰਨੀ ਹੈ। ਉਹਨਾਂ ਨੇ ਇਹ ਗੱਲ ਕਹੀ। ਉਹਨਾਂ ਦੇ ਨਾਲ ਫਿਰ ਪਲੈਟੋ ਹੋਏ ਨੇ। ਉਸ ਟਾਈਮ ਪਲੈਟੋ ਬੜੇ ਉੱਚ ਕੱਦ ਦੇ ਫਿਲਾਸਫਰ ਸਨ। ਉਹਨਾਂ ਨੇ ਵੀ ਕਿਹਾ ਵੀ ਜਿਹੜੀ ਹੈਪੀਨੈਸ ਹੈਗੀ ਆ ਇਹ ਮਨੁੱਖ ਨੂੰ ਪ੍ਰਾਪਤ ਕਰਨੀ ਚਾਹੀਦੀ ਆ। ਮਨੁੱਖੀ ਜ਼ਿੰਦਗੀ ਦਾ ਜਿਹੜਾ ਪਰਪਸ ਹੈਗਾ ਉਹ ਹੈਪੀਨੈਸ ਪ੍ਰਾਪਤ ਕਰਨਾ ਹੈਗਾ। ਤੋ ਹਰ ਰੋਜ਼ ਅਸੀਂ ਡਿਫਰੈਂਟ ਕਿਸਮ ਦੀ ਜਿਹੜੀ ਹੈਪੀਨੈਸ ਆ ਸਾਡੇ ਮਨ 'ਚ ਆਉਂਦੀ ਆ। ਇੱਕ ਤਾਂ ਮੋਮੈਂਟਰੀ ਹੈਪੀਨੈਸ ਕਹਿੰਦੇ ਅਸੀਂ, ਕਿ ਸਾਡੀ ਕੋਈ ਛੋਟੀ ਜਿਹੀ ਗੱਲ ਪੂਰੀ ਹੋ ਜਾਂਦੀ ਆ, ਅਸੀਂ ਖੁਸ਼ ਹੋ ਜਾਂਦੇ ਹਾਂ। ਇੱਕ ਹੈਪੀਨੈਸ ਹੁੰਦੀ ਹੈ ਲੌਂਗ ਟਰਮ, ਕਿ ਤੁਸੀਂ ਗੋਲ ਕੋਈ ਅਚੀਵ ਕਰ ਲਿਆ, ਉਹਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਬਹੁਤ ਹੈਪੀਨੈਸ ਹੋਈ ਆ, ਬੜੀ ਖੁਸ਼ੀ ਹੋਈ ਆ, ਪਰਿਵਾਰ ਦੇ ਵਿੱਚ ਖੁਸ਼ੀ ਹੋ ਜਾਂਦੀ ਆ। ਇੱਕ ਹੈਪੀਨੈਸ ਜਿਸ ਵਿੱਚ ਕਹਿੰਦੇ ਸਟੇਟ ਆਫ ਬਲਿਸ, ਜਿਹੜੀ ਕਿ ਰਿਲੀਜਨ ਨਾਲ ਆ ਕੇ ਜੁੜਦੀ ਹੈਗੀ ਆ। ਕਿ ਰਿਲੀਜੀਅਸ ਜਿਹੜੇ ਸਾਡੇ ਲੀਡਰਸ ਹੋਏ ਨੇ, ਸਾਡੇ ਫਿਲਾਸਫਰਸ ਹੋਏ ਨੇ, ਉਹਨਾਂ ਨੇ ਹੈਪੀਨੈਸ ਦਾ ਜਿਹੜਾ ਆਈਡੀਆ ਹੈਗਾ ਉਹ ਮਨੁੱਖ ਨੂੰ ਦੱਸਿਆ ਕਿ ਅਸਲ ਹੈਪੀਨੈਸ ਜਿਹੜੀ ਹੈਗੀ ਆ ਉਹ ਕੀ ਹੈ ਤੇ ਇਸ ਨੂੰ ਤੁਸੀਂ ਕਿਵੇਂ ਪ੍ਰਾਪਤ ਕਰਨਾ ਹੈ। ਇਸ ਦੇ ਨਾਲ ਨਾਲ ਮੈਂ ਇੰਡੀਅਨ ਫਿਲਾਸਫੀ ਦੀ ਤੁਹਾਡੇ ਨਾਲ ਗੱਲ ਕਰਾਂਗਾ ਕਿ ਇੰਡੀਅਨ ਫਿਲਾਸਫੀ ਦੇ ਵਿੱਚ ਮਨੁੱਖੀ ਗੋਲ ਜਾਂ ਮਨੁੱਖੀ ਓਬਜੈਕਟਿਵ ਜਿਹੜਾ ਸੀਗਾ ਉਹ ਸਟੇਟ ਆਫ ਬਲਿਸ ਨੂੰ ਹੀ ਅਟੇਨ ਕਰਨਾ ਹੈਗਾ। ਮੇਨ ਇਹ ਫੋਕਸ ਰਿਹਾ। ਹਾਂ, ਮੇਨ ਇਹ ਫੋਕਸ ਰਿਹਾ ਹੈਗਾ। ਅਸੀਂ ਹਮੇਸ਼ਾ ਹੀ ਆਪਣੇ ਜਿਹੜਾ ਮਾਰਗਦਰਸ਼ਕ ਹੁੰਦੇ ਆ ਉਹਨਾਂ ਤੋਂ ਸਿੱਖਦੇ ਹਾਂ ਕਿ ਅਸੀਂ ਉਸ ਗੋਲ ਨੂੰ ਕਿਵੇਂ ਪ੍ਰਾਪਤ ਕਰਨਾ ਹੈਗਾ। ਸਾਡੇ ਸਵਾਮੀ ਵਿਵੇਕਾਨੰਦ ਹੋਏ ਨੇ, ਮਹਾਤਮਾ ਬੁੱਧ ਹੋਏ ਨੇ। ਜਿਵੇਂ ਮਹਾਤਮਾ ਬੁੱਧ ਕਹਿੰਦੇ ਸੀ ਕਿ ਇਹ ਦੁਨੀਆ ਦੁੱਖਾਂ ਦਾ ਘਰ ਹੈ ਐਂਡ ਦੇयर ਇਜ਼ ਨੋ ਪਾਥ ਟੂ ਹੈਪੀਨੈਸ। ਪਰ ਉਹ ਫਰਮਲੀ ਕਹਿੰਦੇ ਸੀ ਦੇयर ਇਜ਼ ਨੋ ਪਾਥ but it starts with happiness. कि लाइफ स्टार्ट्स विद हैप्पीनेस। बिल्कुल। तो गुरबाणी
ਦੇ ਵਿੱਚ ਜੇ ਅਸੀਂ ਦੇਖਦੇ ਹਾਂ ਤੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ 10ਵੇਂ ਪਾਤਸ਼ਾਹ ਤੱਕ ਖੁਸ਼ੀ ਦਾ ਜ਼ਾਹਰ ਹੁੰਦਾ। ਉਹ ਕਹਿੰਦੇ ਹੱਸਣ ਖੇਡਣ ਮਨ ਕਾ ਚਾਅ। ਤੇ ਗੁਰਬਾਣੀ ਦੀ ਇੱਕ ਲਾਈਨ ਹੈ ਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਕਿ ਜਦੋਂ ਸੱਚੀ ਬਾਣੀ ਇੰਟਰਨਲ ਰੂਪ ਵਿੱਚ ਮਨੁੱਖ ਸੁਣ ਲੈਂਦਾ ਤਾਂ ਉਸਦੇ ਦੁੱਖ ਰੋਗ ਤੇ ਸੰਤਾਪ ਜਿਹੜੇ ਹੈਗੇ ਆ ਇਹ ਤਿੰਨਾਂ ਦਾ ਨਾਸ਼ ਹੋ ਜਾਂਦਾ। ਦੈਟ ਇਜ਼ ਅ ਸਟੇਟ ਆਫ ਬਲਿਸ। ਜੇ ਅਸੀਂ ਹਿੰਦੂ ਮੈਥਾਲੋ ਵਿੱਚ ਜਾਂਦੇ ਹਾਂ ਤਾਂ ਸ਼੍ਰੀ ਭਗਵਤ ਗੀਤਾ ਦੇ ਵਿੱਚ ਸ਼੍ਰੀ ਕ੍ਰਿਸ਼ਨ ਮਹਾਰਾਜ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਗੋਡ ਆਫ ਹੈਪੀਨੈਸ ਕਹਿੰਦੇ ਆ ਕਿ ਉਹ ਯੋਗਾ ਦੀ ਗੱਲ ਬਹੁਤ ਕਰਦੇ ਆ। ਯੋਗਾ ਦਾ ਵੀ ਇਹੀ ਹੈ ਕਿ ਸਟੇਟ ਆਫ ਬਲਿਸ ਜਿਹੜੀ ਹੈਗੀ ਆ ਆਨੰਦ ਦੀ ਅਵਸਥਾ ਜਿਹੜੀ ਆ ਤੁਸੀਂ ਪ੍ਰਾਪਤ ਕਰਨੀ ਹੈਗੀ ਆ। ਤਾਂ ਮਨੁੱਖ ਸ਼ੁਰੂ ਤੋਂ ਇਹ ਸਟੇਟ ਆਫ ਬਲਿਸ ਪ੍ਰਾਪਤ ਕਰਨ ਵਾਸਤੇ ਲੱਗਿਆ ਹੋਇਆ ਹੈ। ਇਹਦੀਆਂ ਵੀ ਫਿਰ 3-4 ਸਟੇਜਸ ਹੁੰਦੀਆਂ ਨੇ ਕਿ ਪਹਿਲੀ ਸਟੇਜ ਤਾਂ ਇਹ ਹੈਗੀ ਆ ਕਿ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਆਪਦੇ ਗਮ ਜਿਵੇਂ ਕਿਵੇਂ ਘੱਟ ਕਰਨੇ ਨੇ, ਮੈਂ ਆਪਦਾ ਦੁੱਖ ਕਿਵੇਂ ਘੱਟ ਕਰਨਾ ਹੈ। ਤੋ ਜਿਹੜੇ ਸਿਆਣੇ ਬੰਦੇ ਉਹ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਜਿਹੜਾ ਦੁੱਖ ਹੈ ਉਹ ਤਾਂ ਤੁਹਾਡੇ ਦਰਵਾਜ਼ੇ ਤੇ ਖੜਾ ਤੇ ਖੁਸ਼ੀ ਜਿਹੜੀ ਆ ਉਹ ਤੁਹਾਡੇ ਪਿਛਲੇ ਦਰਵਾਜ਼ੇ ਤੇ ਖੜੀ ਆ, ਪਿਛਲੇ ਪਾਸੇ ਤੇ ਦੁੱਖ ਤੇ ਸੁੱਖ ਜਿਹੜੇ ਹੈਗੇ ਆ ਇਹਨਾਂ ਦਾ ਇੱਕ ਸੁਮੇਲ ਹੈਗਾ, ਸਾਈਮਲਟੇਨਸਲੀ ਚੱਲਣਾ ਹੈ। ਇਹਨਾਂ ਨੇ ਦੋਨਾਂ ਨੇ ਚੱਲਣਾ। ਜਿਵੇਂ ਦਿਨ ਚੜ੍ਹਨਾ ਤੇ ਰਾਤ ਪੈਣੀ ਆ, ਇਵੇਂ ਤੁਹਾਡੀ ਜਿਹੜੀ ਸਟੇਟ ਆਫ ਮਾਈਂਡ ਆ। ਤਾਂ ਆਈਡੀਆ ਆਫ ਹੈਪੀਨੈਸ ਤੇ ਸਟੇਟ ਆਫ ਮਾਈਂਡ ਆਫ ਹੈਪੀਨੈਸ ਇਹ ਦੋ ਡਿਫਰੈਂਟ ਆਸਪੈਕਟ ਨੇ, ਇਹ ਦੋ ਡਿਫਰੈਂਟ ਪਹਿਲੂ ਨੇ। ਜਿਹੜੇ ਪੁਰਾਣੇ ਸਾਧੂ ਸੰਤ ਹੁੰਦੇ ਸੀਗੇ ਜਾਂ ਕੁਛ ਇੱਦਾਂ ਦੇ ਮਹਾਂਪੁਰਸ਼ ਹੋਏ ਜਿਹੜੇ ਕਹਿੰਦੇ ਸੀ ਵੀ ਦੀਨ ਦੁਨੀਆ ਛੱਡ ਕੇ ਜੰਗਲਾਂ 'ਚ ਚਲੇ ਜਾਓ, ਪਹਾੜਾਂ 'ਤੇ ਚਲੇ ਜਾਓ, ਉਹ ਵੀ ਹੈਪੀਨੈਸ ਭਾਲਦੇ ਸੀ ਜਾਂ ਕੋਈ ਹੋਰ ਗੱਲ ਸੀ? MP ਸਿੰਘ ਜੀ, ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਆ ਕਿ ਜੇ ਅਸੀਂ ਅਰਿਸਟੋਟਲ ਤੋਂ ਲੱਗਦੇ ਹਾਂ ਬਿਫੋਰ ਕ੍ਰਾਈਸਟ, ਜਦੋਂ ਉਹਨਾਂ ਨੇ ਇਹ ਗੱਲਾਂ ਕੀਤੀਆਂ ਕਿ ਹੈਪੀਨੈਸ ਕੀ ਹੈਗੀ ਆ, ਪਲੇਟੋ ਨੇ ਕਿਹਾ, ਸਾਡੇ ਯੋਗੀਆਂ ਨੇ ਇਹ ਗੱਲ ਕਹੀ ਕਿ ਸਾਰਾ ਕੁਝ ਛੱਡ ਕੇ ਜੇ ਤੁਸੀਂ ਬਾਹਰ ਚਲੇ ਜਾਓ ਤਾਂ ਤੁਸੀਂ ਦੁੱਖ ਤੋਂ ਦੂਰ ਹੋ ਜਾਵੋਗੇ। ਉਹ ਦੁੱਖ ਤੋਂ ਜੋ ਦੂਰ ਜਾ ਰਹੇ ਸੀ ਜਿੱਥੇ, ਪਰ ਉਹਨਾਂ ਨੇ ਇੱਕ ਵਿਧੀ ਲੱਭੀ ਸੀ ਸੁੱਖ ਪ੍ਰਾਪਤ ਕਰਨ ਦੀ। ਮਹਾਤਮਾ ਬੁੱਧ ਵੀ ਜਦੋਂ ਗਏ ਨੇ ਸਭ ਕੁਝ ਪਰਿਵਾਰ ਛੱਡਿਆ ਉਹਨਾਂ ਨੇ, ਖੂਬਸੂਰਤ ਮਹਿਲ ਸੀ, ਪਤਨੀ ਸੀ, ਬੱਚੇ ਸੀ, ਧਨ ਸੀ, ਦੌਲਤ ਸੀ, ਰਾਜ ਭਾਗ ਸੀ। ਤਾਂ ਉਹਨਾਂ ਨੇ ਵੀ ਕਿਹਾ ਕਿ ਮੈਂ ਜਿਹੜੀ ਮੈਂ ਆਨੰਦ ਦੀ ਅਵਸਥਾ ਪ੍ਰਾਪਤ ਕਰਨੀ ਹੈ ਸ਼ਾਇਦ ਮੈਨੂੰ ਇਸ ਪਰਿਵਾਰ ਵਿੱਚ ਨਾ ਮਿਲੇ। ਇਸ ਕਰਕੇ ਯੋਗੀਆਂ ਨੇ ਵੀ ਇਹੀ ਸੋਚਿਆ ਕਿ ਜਿਹੜੇ ਯੋਗੀ ਸੀ ਉਹ ਇਹ ਸੋਚਦੇ ਸੀਗੇ ਕਿ ਉਸ ਟਾਈਮ ਕਿਉਂਕਿ ਸਟੇਟ ਜਿਹੜੀ ਸੀ ਉਹ ਫਿਊਡਲ ਸੀਗੀ, ਤਾਂ ਲੋਕਾਂ ਦਾ ਜਿਹੜਾ ਰਵੱਈਆ ਸੀਗਾ ਉਹ ਔਰਤ ਪ੍ਰਤੀ ਬੜਾ ਵਧੀਆ ਨਹੀਂ ਸੀ। ਤਾਂ ਉਹਨਾਂ ਨੂੰ ਇਹ ਲੱਗਦਾ ਸੀ ਕਿ ਜਿਹੜੀ ਵਿਮਨ ਹੈਗੀ ਆ ਇਹ ਅਬਸਟਰਕਸ਼ਨ ਹੈ ਸਾਡੇ ਰਸਤੇ ਦੇ ਵਿੱਚ। ਇਸ ਕਰਕੇ ਵਿਮਨ ਦੇ ਨਾਲ ਜੁੜੀ ਹੁੰਦੀ ਸੀ ਫੈਮਿਲੀ, ਤਾਂ ਉਹ ਸੋਚਦੇ ਸੀ ਵੀ ਇਹਦਾ ਜੇ ਤਿਆਗ ਕਰ ਦਿੱਤਾ ਜਾਵੇ, ਕਿਉਂਕਿ ਇੱਕ ਫਿਲਾਸਫੀ ਆ ਕਿ ਤੁਸੀਂ ਚੀਜ਼ ਨੂੰ ਜੇ ਤਿਆਗ ਦਿਓਗੇ ਤਾਂ ਫਿਰ ਤੁਸੀਂ ਸੁੱਖ ਵਿੱਚ ਚਲੇ ਜਾਓਗੇ, ਮੋਹ ਘਟ ਜਾਂਦਾ। ਹਾਂ, ਮੋਹ ਘਟ ਜਾਂਦਾ ਹੈਗਾ। ਪਰ ਅੱਜ ਵੀ ਤਾਂ ਇਦਾਂ ਹੀ ਹੈ ਜੀ, ਲੱਖਾਂ ਦੀ ਗਿਣਤੀ 'ਚ ਮੈਨੂੰ ਲੱਗਦਾ ਕਰੋੜਾਂ ਹੀ ਹੋਣੇ ਕੋਈ ਸਾਧੂ ਸੰਤ ਜਿਹੜੇ ਆ, ਕੋਈ ਭਾਂਤ ਭੰਤੇ ਕੱਪੜੇ ਪਾਉਂਦੇ ਆ ਉਹਨੂੰ ਲੱਗਦਾ, ਜਾਂ ਕੋਈ ਨੰਗੇ ਰਹਿੰਦੇ ਆ, ਨਾਗੇ ਸਾਧੂ ਬਿਲਕੁਲ ਹੀ ਅਲੱਗ ਨੰਗੇ। ਇਹ ਸਾਰਾ ਕੋਈ ਉਹ ਸੁੱਖ ਕਿਹੜਾ ਭਾਲਦੇ ਫਿਰਦੇ ਜੀ? ਇਹ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਤੁਸੀਂ ਨਾਗੇ ਸਾਧੂਆਂ ਦੀ ਗੱਲ ਕੀਤੀ ਹੈਗੀ ਆ, ਜਿਹੜੀਆਂ ਥਿਊਰੀਜ਼ ਨੇ ਇਹਨਾਂ ਦੇ ਬਿਹਾਈਂਡ ਯੋਗੀਜ਼ ਦੇ, ਉਹ ਇਸ ਤਰ੍ਹਾਂ ਦੀਆਂ ਨੇ ਕਿ ਜੇ ਤੁਸੀਂ ਸਰੀਰ ਨੂੰ ਕਸ਼ਟ ਦੇ ਲਓਗੇ ਤੇ ਕਸ਼ਟ ਦੇਣ ਦੇ ਨਾਲ ਇਹ ਸੁਧਰ ਜੂਗਾ। ਬੇਸਿਕਲੀ ਕੀ ਹੈ, ਜਿਹੜਾ ਮਨ ਹੈ ਨਾ ਬੰਦੇ ਦਾ, ਉਹਨੂੰ ਹੀ ਸੁਧਾਰਨ ਦੀ ਐਫਰਟ ਹੈਗੀ ਆ। ਚਾਹੇ ਤੇ ਮੰਨਦੀ ਸਾਰੀ ਗੱਲ ਸਾਰੀ ਮੰਨਦੀ ਹੈ, ਇਹ ਗੱਲ ਸਰੀਰ ਦੀ ਨਹੀਂ ਹੈ। ਗੁਰਬਾਣੀ ਵਿੱਚ ਇੱਕ ਸ਼ਬਦ ਹੈ ਕਿ ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇ ਕੇ ਰੰਗ। ਬਿਲਕੁਲ। ਜੇ ਤੁਹਾਡਾ ਮਨ ਜਿਹੜਾ ਹੈਗਾ ਨਾ ਇਹ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਨਹੀਂ। ਤੇ ਜਿਹੜੇ ਯੋਗੀ ਸੀਗੇ ਉਹਨਾਂ ਨੇ ਆਪਦੀ ਇੱਕ ਵਿਧੀ ਮਰਿਆਦਾ ਲੱਭੀ। ਉਹਨਾਂ ਨੂੰ ਲੱਗਦਾ ਸੀਗਾ ਕਿ ਜੇ ਅਸੀਂ ਬਹੁਤ ਟਾਈਮ ਤਪ ਕਰਾਂਗੇ, ਬਹੁਤ ਟਾਈਪ ਦੀਆਂ ਜਿਹੜੀਆਂ ਯੋਗਿਕ ਕਿਰਿਆਵਾਂ ਕਰਾਂਗੇ, ਉਹਦੇ ਨਾਲ ਜਿਹੜੀਆਂ ਸਾਡੀਆਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ 5 ਜਿਹੜੇ ਵਿਕਾਰ ਉਹ ਮੰਨਦੇ ਹੈਗੇ ਆ, ਜਿਹੜੇ ਕਹਿੰਦੇ ਨੇ ਕਿ ਸਾਨੂੰ ਦੁੱਖ ਦਿੰਦੇ ਨੇ, ਤੇ ਉਹ 5 ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹੈਗੇ ਆ। ਔਰ ਕਿਉਂਕਿ ਦੁਨੀਆ ਏਡੀ ਵੱਡੀ ਹੈ, ਬਹੁਤ ਹੀ ਰਸਤੇ ਆ, ਹਰ ਬੰਦੇ ਦਾ ਆਪਣਾ ਰਸਤਾ ਹੈਗਾ। ਕਿਸੇ ਨੇ ਰਸਤਾ ਪਹਿਲੀ ਪੀੜ੍ਹੀ ਵਿੱਚ ਲੈ ਲਿਆ। ਤੁਸੀਂ ਦੇਖੋ ਕਿ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਵੀ ਉਹਨਾਂ ਦੇ ਬੱਚਿਆਂ ਨੇ ਆਪਣਾ ਜਿਹੜਾ ਵੱਖਰਾ ਜਿਹੜਾ ਵਿਧੀ ਸੀਗੀ ਉਹਨਾਂ ਨੂੰ ਲੈ ਕੇ ਉਹਨਾਂ ਨੇ ਫੋਲੋ ਹੀ ਨਹੀਂ ਕੀਤਾ ਬਾਬੇ ਨਾਨਕ ਨੂੰ।
ਤੇ ਗੁਰਬਾਣੀ ਜਿਹੜੀ ਹੈਗੀ ਆ, ਇਹ ਜਿਹਨੂੰ ਕਹਿ ਸਕਦੇ ਯੰਗੈਸਟ ਰਿਲੀਜਨ ਹੈ। ਮੈਂ ਇਸ ਨੂੰ ਰਿਲੀਜਨ ਦੇ ਐਂਗਲ ਤੋਂ ਨਹੀਂ, ਮੈਂ ਇਸ ਨੂੰ ਫਿਲਾਸਫੀ ਦੇ ਐਂਗਲ ਤੋਂ, ਫਿਲਾਸਫੀ ਦੀ, ਹਾਂਜੀ, ਕਿ ਜਿਹੜਾ ਗੁਰਬਾਣੀ ਦਰਸ਼ਨ ਹੈਗਾ ਨਾ, ਜਾਂ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਹੈਗੀ ਆ, ਇਹ ਯੂਨੀਵਰਸਲ ਫਿਲਾਸਫੀ ਹੈ। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਰੱਬ ਨੇ ਤੁਹਾਨੂੰ ਯੋਗੀ ਬਣਾਉਣਾ ਸੀ ਤਾਂ ਤੁਹਾਨੂੰ ਸਾਰੀ ਦੁਨੀਆ ਨੂੰ ਯੋਗੀ ਬਣਾ ਦਿੰਦਾ, ਮੈਰਿਜ ਦਾ ਇੰਸਟੀਟਿਊਸ਼ਨ ਨਾ ਹੁੰਦਾ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਗ੍ਰਸਤੀ ਵਿੱਚ ਰਹਿ ਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜਾ ਹੈਗਾ, ਇਸ ਨੂੰ ਕਿਸ ਤਰ੍ਹਾਂ ਆਪਣੇ ਆਪ ਤੇ ਕੰਟਰੋਲ ਕਰ ਸਕੋਗੇ। ਔਰ ਇਹਦੇ ਵਿੱਚ ਉਹਨਾਂ ਨੇ ਫਿਰ ਬੜੇ ਤਰੀਕੇ ਵੀ ਦੱਸੇ ਹੈਗੇ। ਮੈਨੂੰ ਤਾਂ ਲੱਗਦਾ ਜੀ ਵੀ ਉਹ ਕੁਝ ਜਿਹਨਾਂ ਲੋਕਾਂ ਦਾ ਮੈਂ ਜ਼ਿਕਰ ਕੀਤਾ ਪਹਿਲਾਂ, ਕੁਝ ਚਿਰ ਪਹਿਲਾਂ, ਮੈਨੂੰ ਲੱਗਦਾ ਉਹ ਤਾਂ ਜ਼ਿੰਦਗੀ ਤੋਂ ਭੱਜਣ ਵਾਲੀ ਉਹਨਾਂ ਦੀ ਫਿਲਾਸਫੀ ਹੈ। ਉਹ ਜ਼ਿੰਦਗੀ ਨੂੰ ਪਿਆਰ ਹੀ ਨਹੀਂ ਕਰਦੇ, ਅਸਲ 'ਚ ਆਪਣੇ ਆਪ ਨੂੰ ਪਿਆਰ ਹੀ ਨਹੀਂ ਕਰਦੇ, ਇਨਸਾਨੀਅਤ ਨੂੰ ਪਿਆਰ ਨਹੀਂ ਕਰਦੇ। ਜਿਹੜੇ ਲੋਕ ਆਪਣੇ ਆਪ ਨੂੰ ਪਿਆਰ ਕਰਦੇ ਆ, ਮਾਨਵਤਾ ਨੂੰ ਪਿਆਰ ਕਰਦੇ, ਇਨਸਾਨੀਅਤ ਨੂੰ ਪਿਆਰ ਕਰਦੇ ਆ, ਜ਼ਿੰਦਗੀ ਨੂੰ ਪਿਆਰ ਕਰਦੇ ਆ, ਉਹਨਾਂ ਨੂੰ ਤਾਂ ਕਿਤੇ ਜਾਣ ਦੀ ਲੋੜ ਨਹੀਂ ਹੈ। ਉਹ ਤਾਂ ਇਸ ਸੁਸਾਇਟੀ ਵਿੱਚ ਰਹਿ ਕੇ ਵੀ ਬਹੁਤ ਵਧੀਆ ਆਨੰਦ ਪ੍ਰਾਪਤ ਕਰ ਸਕਦੇ ਆ, ਖੁਸ਼ ਰਹਿ ਸਕਦੇ ਆ। ਦੇਖੋ, ਮਨੁੱਖ ਨੇ ਜਿਹੜਾ ਸਮਾਜ ਸਿਰਜਿਆ ਨਾ, ਉਹ ਇਸੇ ਕਰਕੇ ਹੀ ਸਿਰਜਿਆ ਸੀਗਾ ਕਿ ਗ੍ਰਸਤੀ ਜੀਵਨ ਜਿਹੜਾ ਹੈਗਾ, ਉਸ ਵਿੱਚ ਰਹਿ ਕੇ ਤੁਸੀਂ ਜ਼ਿਆਦਾ ਖੁਸ਼ੀ ਪ੍ਰਾਪਤ ਕਰ ਸਕਦੇ ਹੋ। ਕਿਉਂਕਿ ਜਿਹੜਾ ਮਨੁੱਖ ਹੈਗਾ, ਉਹ ਸਿਰਫ ਇਸ ਕੰਮ ਕਰਕੇ ਨਹੀਂ ਆਇਆ ਕਿ ਉਹ ਭਗਵੇਂ ਕੱਪੜੇ ਪਾ ਕੇ ਤੇ ਪਹਾੜਾਂ ਦੀਆਂ ਕੰਧਰਾਂ ਵਿੱਚ ਬੈਠ ਕੇ। ਗੁਰੂ ਸਾਹਿਬ ਜਦੋਂ ਸਿੱਧ ਗੋਸ਼ਟ ਹੁੰਦੀ ਹੈ, ਮੈਂ ਤੁਹਾਨੂੰ ਜ਼ਿਕਰ ਕਰਦਾ, ਸਿੱਧ ਗੋਸ਼ਟ ਵਿੱਚ ਜਦੋਂ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਉਹਨਾਂ ਨਾਲ, ਤਾਂ ਜੋਗੀਆਂ ਦੇ ਨਾਲ ਜੋਗੀਆਂ ਨੇ ਸਵਾਲ ਵੀ ਕੀਤੇ ਸੀ ਉਹਨਾਂ ਨੂੰ। ਉਹਦੇ ਵਿੱਚ ਜੋਗੀਆਂ ਨੇ ਜਦੋਂ ਸਵਾਲ ਕੀਤਾ ਕਿ ਤੁਹਾਡਾ ਰੱਬ ਕੌਣ ਹੈ, ਤੁਹਾਡਾ ਪਰਮਾਤਮਾ ਕੌਣ ਹੈ, ਤੁਹਾਡਾ ਗੁਰੂ ਕੌਣ ਹੈ, ਕਿਉਂਕਿ ਯੋਗੀਆਂ ਦੇ ਵਿੱਚ ਗੁਰੂ ਦੀ ਜਿਹੜੀ ਹੈਗੀ ਧਾਰਨਾ ਬਹੁਤ ਵੱਡੀ ਧਾਰਨਾ ਹੈ। ਤਾਂ ਗੁਰੂ ਸਾਹਿਬ ਨੇ ਕਿਹਾ ਵੀ ਪਾਰ ਬ੍ਰਹਮ ਪਰੰਪਰ ਮੇਰੇ ਗੁਰੂ ਨੇ। ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਵੀ ਐਡਵਾਈਸ ਕੀਤਾ ਸੀਗਾ, ਯੋਗੀਆਂ ਨੂੰ, ਕਿ ਤੁਹਾਡੇ ਕੋਲੇ ਇੰਨੀ ਤਾਕਤ ਹੋ ਗਈ ਆ, ਤੁਸੀਂ ਪਾਵਰਫੁਲ ਹੋ, ਤੁਹਾਡੇ ਕੋਲੇ ਕਿੰਨੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ, ਤੁਸੀਂ ਇਹ ਸਾਰੀਆਂ ਰਿੱਧੀਆਂ ਸਿੱਧੀਆਂ ਫਾਰ ਦੀ ਬੈਟਰਮੈਂਟ ਆਫ ਸੋਸਾਇਟੀ ਕਰੋ। ਇਹ ਉੱਥੇ ਉਹਨਾਂ ਨੂੰ ਲੈਸਨ ਹੈ ਯੋਗੀਆਂ ਨੂੰ। ਤੁਸੀਂ ਜੇ ਭਗਵਤ ਗੀਤਾ 'ਚ ਜਾਂਦੇ ਹੋ, ਜੇ ਤੁਸੀਂ ਇਸਲਾਮ 'ਚ ਵੀ ਜਾਂਦੇ ਹੋ, ਇਸਲਾਮ ਦੇ ਵਿੱਚ ਵੀ, ਕੁਰਾਨ ਦੇ ਵਿੱਚ ਜਿਹੜੀ ਸਮਾਜ ਦੀ ਸੇਵਾ ਹੈ ਨਾ, ਇਹ ਇੱਕ ਪ੍ਰਾਇੋਰਿਟੀ ਹੈ। ਖੁਸ਼ੀ ਤੁਹਾਨੂੰ ਕੀ ਦੇਊਗੀ? ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀਗਾ, ਤਾਂ ਉਹਦਾ ਟਾਈਟਲ ਇਹ ਸੀ ਕਿ ਗਿਵਰ ਇਜ਼ ਦੀ ਗੇਨਰ। ਜਿਹੜਾ ਬੰਦਾ ਕੋਈ ਕਿਸੇ ਨੂੰ ਦਿੰਦਾ ਹੈ ਨਾ, ਉਹ ਗੇਨਰ ਹੈ। ਬਿਲਕੁਲ, ਜਿਵੇਂ ਗੁਰਬਾਣੀ ਦੇ ਵਿੱਚ ਲਾਈਨ ਹੈ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਤਾਂ ਜਿਹੜੀ ਸੁਸਾਇਟੀ ਦੀ ਬੈਟਰਮੈਂਟ ਕਰਨੀ ਹੈ ਨਾ, ਉਹਦੇ ਵਾਸਤੇ ਤੁਸੀਂ ਇੰਡੀਵਿਜੂਅਲ ਤੌਰ ਦੇ ਉੱਪਰ ਜਿਹੜਾ ਆ, ਉਹ ਹੈਪੀਨੈਸ ਆਪ ਵੀ ਪ੍ਰਾਪਤ ਕਰਨੀ ਹੈ ਤੇ ਉਹ ਡਿਸਟ੍ਰੀਬਿਊਟ ਵੀ ਕਰਨੀ ਹੈ। ਹੁਣ ਮੇਰੀ ਗੱਲ ਫਿਰ ਉੱਥੇ ਮੈਨੂੰ ਕੁਐਸਚਨ ਬਣ ਗਿਆ ਵੀ ਜਿਹੜੇ ਲੋਕਾਂ ਨੂੰ ਪਤਾ ਵੀ ਆ ਕਿ ਅਸੀਂ ਜੇ ਭਗਵੇਂ ਕੱਪੜੇ ਪਾਏ ਹੋਏ ਆ, ਜਾਂ ਕਿਸੇ ਖਾਸ ਕਿਸਮ ਦਾ ਪਹਿਰਾਵਾ ਅਸੀਂ ਪਾਇਆ ਹੋਇਆ, ਜਾਂ ਅਸੀਂ ਇਹ ਪਖੰਡ ਜਿਹਾ ਕਰਦੇ ਹਾਂ ਕਿ ਅਸੀਂ ਭਗਤੀ ਕਰਦੇ ਪਏ ਹਾਂ, ਰੱਬ ਦਾ ਆਰਾਧਨਾ ਕਰਦੇ ਪਏ ਹਾਂ, ਜੰਗਲਾਂ 'ਚ ਬੈਠੇ ਹਾਂ, ਜਾਂ ਪਹਾੜਾਂ 'ਤੇ ਬੈਠੇ ਹਾਂ, ਜਾਂ ਭੋਰਿਆਂ 'ਚ ਬੈਠੇ ਹਾਂ, ਜਾਂ ਜਟਾ ਜੂਟ ਹੈਗੇ ਹਾਂ ਅਸੀਂ, ਠੀਕ ਹੈ ਜੀ, ਜਾਂ ਫਿਰ ਨਾਂਗੇ ਹੈਗੇ ਆ, ਸਾਧੂ ਬਣੇ ਹੋਏ ਆ, ਬਿਨਾਂ ਵਜ੍ਹਾ ਕੋਈ ਗੱਲ ਨਹੀਂ, ਵਾਰ ਨਹੀਂ, ਜ਼ਿੰਮੇਵਾਰੀ ਤੋਂ ਭੱਜਦੇ, ਪਤਾ ਉਹਨਾਂ ਨੂੰ ਸਾਰਾ ਕੁਛ ਹੈਗਾ, ਜੀ ਪਖੰਡ ਨਹੀਂ ਕਰਦੇ ਫਿਰ। ਮੈਂ ਤੁਹਾਡੇ ਨਾਲ ਇੱਥੇ ਡਿਸਐਗਰੀ ਕਰਦਾ। ਮੈਂ ਨਾਗੇ ਸਾਧੂਆਂ ਦੀ ਵੀ ਥੋੜ੍ਹੀ ਬਹੁਤੀ ਸਟੱਡੀ ਕੀਤੀ ਸੀਗੀ, ਅਤੇ ਯੋਗੀ ਜਿਹੜੇ ਹੈਗੇ ਆ, ਉਸ ਮਤ ਨੂੰ ਵੀ ਥੋੜ੍ਹਾ ਜਿਹਾ ਸਟੱਡੀ ਕੀਤਾ ਹੈਗਾ। ਬੇਸਿਕਲੀ ਕਿ ਧਰਤੀ ਦੇ ਉੱਪਰ ਨਾ ਬਹੁਤ ਵੈਰਾਈਟੀ ਆ ਇਨਸਾਨ ਦੀ। ਉਹ ਜਿਹੜੀ ਵੈਰਾਈਟੀ ਹੈਗੀ ਆ, ਉਹ ਹਰ ਬੰਦੇ ਦੀ ਇੱਕ ਅਵਸਥਾ। ਹਰ ਬੰਦਾ ਪਹਿਲੇ ਦਿਨ ਜਿਹੜਾ ਸੰਤ ਨਹੀਂ ਹੋ ਜਾਂਦਾ, ਹਰ ਬੰਦਾ ਪਹਿਲੇ ਦਿਨ ਭਗਵੇਂ ਕੱਪੜੇ ਨਹੀਂ ਪਾ ਲੈਂਦਾ। ਜਿਸ ਥਾਟ ਦੇ ਨਾਲ ਬੰਦਾ ਕਨਵਿੰਸ ਹੋ ਜਾਂਦਾ ਹੈਗਾ, ਉਸ ਥਾਟ ਦੇ ਪ੍ਰਤੀ ਉਹ ਚੱਲ ਜਾਂਦਾ ਹੈ। ਜਿਹੜੀ ਨਾਗੇ ਸਾਧੂਆਂ ਦੀ ਸੀਗੀ, ਮੈਂ ਪੜ੍ਹ ਰਿਹਾ ਸੀਗਾ ਕਿ ਉਹਨਾਂ ਦੀ ਭਗਤੀ ਦੇ ਨਾਲ ਬਹੁਤ ਜ਼ਿਆਦਾ ਪਾਵਰਸ ਅਟੇਨ ਕਰ ਲੈਂਦੇ ਨੇ। ਇੱਥੋਂ ਤੱਕ ਵੀ ਇੰਨੀਆਂ ਪਾਵਰਸ ਅਟੇਨ ਕਰ ਲੈਂਦੇ ਨੇ ਕਿ ਉਹ ਬਰਫ਼ ਵਿੱਚ ਬੈਠੇ ਨੇ ਤੇ ਉਹਨਾਂ 'ਤੇ ਟੈਂਪਰੇਚਰ ਦਾ ਇੰਪੈਕਟ ਨਹੀਂ ਹੁੰਦਾ। ਇਹ ਕਿਸੇ ਟਾਈਮ ਇਹ ਥਾਟ ਪ੍ਰੋਸੈਸ ਜਿਹੜਾ ਸੀਗਾ, ਕਿਸੇ ਸ਼ਾਇਦ ਰਾਜੇ ਨੇ ਇਸ ਕਿਸਮ ਦੀ ਸੈਨਾ ਬਣਾਈ ਸੀ, ਕਹਿੰਦੇ ਕਿ ਜਿਹੜੇ ਇੰਨੇ ਪਾਵਰਫੁਲ ਹੋਣ, ਜਿਵੇਂ ਅਸੀਂ ਕਹਿੰਦੇ ਹੁਣ ਕਮਾਂਡੋ ਬਣਾ ਲਏ, ਦੈਟ ਵਾਜ਼ ਦੀ ਕਮਾਂਡੋਜ਼ ਆਫ ਦੈਟ ਟਾਈਮ। ਤੇ ਉਹਨਾਂ ਦਾ ਇੱਕ ਪਰਪਸ ਸੀਗਾ ਕਿ ਜਦੋਂ ਰਾਜ ਭਾਗ ਨੂੰ ਕਿਤੇ ਚੈਲੰਜ ਹੋਊਗਾ ਤੇ ਅਸੀਂ ਉੱਥੇ ਲੜਾਈ ਲੜਾਂਗੇ।
ਹੁਣ ਉਹ ਸਾਨੂੰ ਲੱਗਦਾ ਕਿ ਸ਼ਾਇਦ ਉਹ ਪਖੰਡ ਹੈ, ਕਿਉਂਕਿ ਉਹਨਾਂ ਨੂੰ ਅਸੀਂ ਰਾਈਟ ਪਰਸਪੈਕਟਿਵ 'ਚ ਨਹੀਂ ਦਿਖਾ ਰਹੇਗੇ। ਸਿਮਿਲਰਲੀ ਜਿਹੜੇ ਕੰਦਰਾਂ 'ਚ ਬੈਠੇ ਨੇ, ਮਹਾਤਮਾ ਬੁੱਧ ਵੀ ਲੰਬੇ ਟਾਈਮ ਬਾਹਰ ਰਹੇ ਨੇ, ਐਸੀ ਕੋਈ ਗੱਲ ਨਹੀਂ। ਗੁਰੂ ਨਾਨਕ ਪਾਤਸ਼ਾਹ ਨੇ ਬਹੁਤ ਉਦਾਸੀਆਂ ਲਈਆਂ। ਗੁਰੂ ਨਾਨਕ ਪਾਤਸ਼ਾਹ ਵੇਲੇ ਵੀ ਲੋਕਾਂ ਦੇ ਬੜੇ ਮਤਭੇਦ ਹੁੰਦੇ ਹੁਣ ਸੀ ਉਹਨਾਂ ਦੇ ਨਾਲ ਕਿ ਇਹ ਰਸਤਾ ਜਿਹੜਾ ਹੈ ਠੀਕ ਨਹੀਂ ਹੈ ਹੈਪੀਨੈਸ ਦਾ, ਸਟੇਟ ਆਫ ਬਲਿਸ ਇਸ ਤਰ੍ਹਾਂ ਨਹੀਂ ਆਉਣੀਗੀ। ਤਾਂ ਇਹ ਵਕਤ ਦੇ ਨਾਲ ਫਿਲਾਸਫਰ ਆਉਂਦੇ ਨੇ, ਉਹ ਆਪਣੀ ਫਿਲਾਸਫੀ ਦਿੰਦੇ ਨੇ। ਦੇਖੋ ਸ਼੍ਰੀ ਅਰਬਿੰਦੋ ਆਏ, ਉਹਨਾਂ ਨੇ ਆਪਣੀ ਫਿਲਾਸਫੀ ਦਿੱਤੀ। ਸਵਾਮੀ ਵਿਵੇਕਾਨੰਦ ਆਏ, ਬਹੁਤ ਆਈਡਲ ਵਰਸ਼ਿਪ ਸੀ ਹਿੰਦੂਇਜ਼ਮ ਦੇ ਵਿੱਚ। ਤਾਂ ਉਹ ਕਹਿੰਦੇ ਸੀ ਤੁਹਾਨੂੰ ਇਹ ਸਟੇਟ ਆਫ ਬਲਿਸ ਨਹੀਂ ਮਿਲੂਗੀ, ਇਹਦੇ ਨਾਲ ਤੁਹਾਨੂੰ ਹੈਪੀਨੈਸ ਨਹੀਂ ਮਿਲੂ। ਤਾਂ ਉਹਨਾਂ ਨੇ ਆਪਣਾ ਸਵਾਮੀ ਵਿਵੇਕਾਨੰਦ ਨੇ ਵੱਖਰਾ ਵਿਸ਼ਾ ਦਿੱਤਾ। ਜੇ ਸਾਰਾ ਕੁਝ ਹੀ ਠੀਕ ਹੁੰਦਾ ਵੀ ਜੰਗਲਾਂ 'ਚ ਜਾਣ ਨਾਲ, ਪਹਾੜਾਂ 'ਚ ਜਾਣ ਨਾਲ, ਜਾਂ ਗੁਫਾ 'ਚ ਰਹਿਣ ਦੇ ਨਾਲ, ਭੋਰਿਆਂ 'ਚ ਰਹਿਣ ਦੇ ਨਾਲ ਹੀ ਖੁਸ਼ੀ ਪ੍ਰਾਪਤ ਹੁੰਦੀ ਤੇ ਪੂਰੀ ਦੁਨੀਆ ਭੋਰਿਆਂ 'ਚ ਹੀ ਹੁੰਦੀ। ਮੈਨੂੰ ਲੱਗਦਾ ਨਾ ਕੁਦਰਤ ਨੂੰ ਇਸ ਤਰ੍ਹਾਂ ਮਨਜ਼ੂਰ ਨਹੀਂ। ਕੁਦਰਤ ਦੇ ਰੰਗ ਬਹੁਤ ਵੱਖਰੇ ਆ। ਦੇਖੋ ਜੀਵ ਜੰਤੂ ਜਿਹੜੇ ਦੇਖੀਏ ਨੇਚਰ ਦਾ ਪਾਰਟ ਨੇ। ਕੋਈ ਜੀਵ ਜੰਤੂ ਤਾਂ 0 ਡਿਗਰੀ ਤੇ ਵੀ ਸਰਵਾਈਵ ਕਰ ਰਹੇ ਨੇ, ਕੋਈ ਜੀਵ ਜੰਤੂ ਨੇ ਬਹੁਤ ਹਾਈਐਸਟ ਟੈਂਪਰੇਚਰ ਵਿੱਚ ਸਰਵਾਈਵ ਕਰਦੇ। ਜਿਹੜਾ ਮਨੁੱਖ ਹੈ ਨਾ ਧਰਤੀ ਤੇ, ਉਹ ਬਹੁਤ ਰੈਂਡਮਲੀ ਡਿਸਟਰੀਬਿਊਟਡ ਹੈ। ਸਾਊਥ ਅਫਰੀਕਾ ਦੇ ਵਿੱਚ ਵੱਖਰਾ ਸੋਚਦਾ, ਆਸਟ੍ਰੇਲੀਆ ਦਾ ਮਨੁੱਖ ਵੱਖਰਾ ਸੋਚਦਾ ਹੈਗਾ। ਤਾਂ ਸਾਡੇ ਇੱਕ ਅੱਜ ਦੇ ਮਾਡਰਨ ਯੁੱਗ ਤੱਕ ਪਹੁੰਚਣ ਤੱਕ ਅਸੀਂ ਬਹੁਤ ਸਿਵਲਾਈਜੇਸ਼ਨ, ਜਿਹੜਾ ਸਾਡਾ ਮਨ ਹੈ ਨਾ, ਬਹੁਤ ਸਿਵਲਾਈਜੇਸ਼ਨ ਦੇ ਵਿੱਚ ਦੀ ਆਇਆ ਹੋਇਆ ਹੈਗਾ। ਗੁਰਬਾਣੀ ਦੀ ਇੱਕ ਲਾਈਨ ਹੈਗੀ ਆ ਕਿ ਮੈਂ ਬਹੁਤ ਜਨਮ ਦੇਖਦਾ ਇੱਥੇ ਪਹੁੰਚਿਆ, ਇਹ ਜਨਮ ਤੁਹਾਰੇ ਲਿਖੇ। ਬਿਲਕੁਲ। ਤਾਂ ਉਹਨਾਂ ਨੂੰ ਤਾਂ ਇਹ ਮਹਿਸੂਸ ਹੋਇਆ ਹਰ ਬੰਦਾ ਤਾਂ ਯੋਗੀ ਨਹੀਂ ਹੋ ਸਕਦਾ ਤੇ ਹਰ ਬੰਦਾ ਗ੍ਰਸਤੀ ਵੀ ਨਹੀਂ ਹੋ ਸਕਦਾ। ਬਹੁਤ ਲੋਕ ਨੇ ਗ੍ਰਸਤੀ ਜੀਵਨ ਦੇ ਵਿੱਚ ਕਹਿੰਦੇ ਅਸੀਂ ਬਹੁਤ ਤੰਗ ਹੈ। ਗ੍ਰਸਤੀ ਵੀ ਸਾਰਿਆਂ ਨੂੰ ਸੁੱਖ ਨਹੀਂ ਦਿੰਦੀਗੀ। ਤਾਂ ਜਿਹੜੇ ਫਿਲਾਸਫਰ ਕਹਿੰਦੇ ਆ ਨਾ ਵੀ ਜੇ ਤੁਸੀਂ ਸੁੱਖ ਪ੍ਰਾਪਤ ਕਰਨਾ ਨਾ, ਤੁਸੀਂ ਸੁੱਖ ਨੂੰ, ਹੈਪੀਨੈਸ ਨੂੰ ਪਹਿਲਾਂ ਅੰਡਰਸਟੈਂਡ ਕਰੋ। ਇਹ ਇੱਕ ਸਟੇਟ ਆਫ ਮਾਈਂਡ ਹੈ। ਇਹੀ ਗੱਲ ਹੈ ਨਾ ਜੀ, ਹੈਪੀਨੈਸ ਕਾਹਦੇ ਵਾਸਤੇ ਚਾਹੀਦੀ, ਖੁਸ਼ੀ ਕਾਹਦੇ ਲਈ ਚਾਹੀਦੀ, ਸੰਤੁਸ਼ਟੀ ਤੁਹਾਨੂੰ ਕਾਹਦੇ ਲਈ ਚਾਹੀਦੀ? ਜੀਣ ਲਈ ਚਾਹੀਦੀ, ਜ਼ਿੰਦਗੀ ਜੀਣ ਦੇ ਲਈ। ਜ਼ਿੰਦਗੀ ਜੀਣ ਤੋਂ ਤਾਂ ਭੱਜਦੇ ਪਏ ਲੋਕ। ਸਾਰੇ ਲੋਕ ਤਾਂ ਨਹੀਂ ਭੱਜਦੇ। ਨਹੀਂ, ਜਿਨ੍ਹਾਂ ਦੀ ਮੈਂ ਗੱਲ ਕਰਦਾ, ਜਿਨ੍ਹਾਂ ਨੂੰ ਮੈਂ ਪਿੰਨ ਪੁਆਇੰਟ ਕੀਤਾ, ਜਿਹੜੇ ਮੇਰੇ ਟਾਰਗੇਟ ਦੇ ਵਿੱਚ ਹੈਗੇ, ਕਿ ਉਹ ਲੋਕ ਜਿਹੜੇ ਆ ਉਹ ਆਪਦੀ ਜ਼ਿੰਮੇਵਾਰੀ ਤੋਂ ਭੱਜਦੇ ਪਏ ਆ। ਜ਼ਿੰਦਗੀ ਜੀਣਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ। ਜ਼ਿੰਦਗੀ ਤੁਸੀਂ ਆਪ ਦੇ ਲਈ ਨਹੀਂ ਜੀਂਦੇ, ਤੁਸੀਂ ਇੱਕ ਸਮਾਜ ਦਾ ਅੰਗ ਹੋ ਤੇ ਸਮਾਜ ਵਾਸਤੇ ਵੀ ਜ਼ਿੰਮੇਵਾਰ। ਤੁਹਾਡੀਆਂ ਜ਼ਿੰਮੇਵਾਰੀਆਂ ਸੋਸਾਇਟੀ ਦੇ ਬਾਰੇ, ਤੁਸੀਂ ਉਹਦੇ ਤੋਂ ਭੱਜ ਜਾਂਦੇ ਹੋ। ਭੱਜਣ ਦੇ ਲਈ ਤੁਸੀਂ ਕੋਈ ਨਾ ਕੋਈ ਬਹਾਨੇ ਲੱਭਦੇ ਹੋ ਕਿ ਮੈਂ ਇੱਥੇ ਚਲ ਜਾਣਾ, ਉੱਥੇ ਜਾਣਾ, ਖੁਸ਼ੀ ਲੱਭਦਾ ਪਿਆ। ਤੇ ਜਿਹੜੇ ਕੰਮ ਕਰਦੇ ਲੋਕੀ ਮਿਹਨਤ ਕਰਦੇ ਆ, ਉਹ ਆਪਦੇ ਬੱਚੇ ਪਾਲਦੇ, ਖੁਸ਼ੀ ਤਾਂ ਉਹਨਾਂ ਨੂੰ ਵੀ ਹੁੰਦੀ, ਸਮਾਈਲ ਤਾਂ ਉਹਨਾਂ ਦੇ ਚਿਹਰੇ ਤੇ ਵੀ ਆਉਂਦੀ ਆ, ਉਹਨਾਂ ਦਾ ਦਿਲ ਉਹਨਾਂ ਦਾ ਵੀ ਖੁਸ਼ ਹੁੰਦਾ। ਇਹ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ, ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸਮਾਜ ਤਕਰੀਬਨ ਵੀ 2 ਹਿੱਸਿਆਂ ਵਿੱਚ ਆ। ਵੀ ਕੁਝ ਬੰਦੇ ਜਿਹੜੇ ਹੈਗੇ ਆ ਉਹ ਕੰਮ ਕਰ ਰਹੇ ਨੇ ਤੇ ਖੁਸ਼ੀ ਪ੍ਰਾਪਤ ਕਰ ਰਹੇ ਨੇ, ਕੁਝ ਇੱਥੋਂ ਭੱਜੇ ਹੋਏ ਨੇ। ਜਿਹੜਾ ਮਨੁੱਖ ਹੈ ਨਾ, ਤੁਸੀਂ ਦੇਖੋ ਕਿ ਬਹੁਤ ਲੋਕ ਜਦੋਂ ਬਹੁਤ ਅਮੀਰ ਹੋਏ, ਅਮੀਰ ਹੋਣ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਅਮੀਰਤ ਨੇ ਸਾਨੂੰ ਖੁਸ਼ੀ ਨਹੀਂ ਦਿੱਤੀ। ਬਿਲਕੁਲ। ਤਾਂ ਉਹ ਵੱਖਰੇ ਕਲਟ ਵਿੱਚ ਚਲੇ ਗਏ। ਉਸ ਕਲਟ ਨੇ ਬਹੁਤ ਫਲੋਰਿਸ਼ ਕੀਤਾ, ਕਿਉਂਕਿ ਉਸ ਕਲਟ ਦਾ ਜਿਹੜਾ ਲੀਡਰ ਸੀਗਾ, ਉਸਨੇ ਉਹਨਾਂ ਨੂੰ ਕੋਈ ਥਾਟ ਪ੍ਰੋਸੈਸ ਦਿੱਤਾ ਵੀ ਤੁਹਾਨੂੰ ਇਹਦੇ ਨਾਲ ਸਟੇਟ ਆਫ ਬਲਿਸ ਹੋਊਗੀ। ਜਦੋਂ ਫਿਲਾਸਫਰ ਜਾਂ ਕਿੰਗ ਫਿਲਾਸਫਰ ਜਾਂ ਕੋਈ ਜਿਹਨੂੰ ਕਹਿੰਦੇ ਕਿ ਗੁਰੂ ਤੁਹਾਨੂੰ ਜਿਹੜਾ ਰਸਤਾ ਦੱਸ ਦਿੰਦਾ ਹੈਗਾ, ਜਾਂ ਐਕਸੀਡੈਂਟਲੀ ਤੁਸੀਂ ਕਿਸੇ ਕੋਲ ਨਹੀਂ ਜਾਂਦੇ, ਜੋ ਮੇਰਾ ਮੰਨਣਾ ਹੈ, ਤੁਸੀਂ ਸ਼ਡਿਊਲਡ ਹੋ ਕਿ ਤੁਸੀਂ ਕਿਹਦੇ ਕੋਲ ਜਾਣਾ। ਬਿਲਕੁਲ। ਜਿਹੜਾ ਯੋਗੀ ਆ, ਉਹਨੇ ਗੁਰੂ ਗੋਰਖਨਾਥ ਕੋਲ ਜਾਣਾ ਹੀ ਸੀ, ਤਾਂ ਗੁਰੂ ਗੋਰਖਨਾਥ ਕੋਲ ਹੀ ਗਏ ਨੇ। ਜਿਹੜੇ ਹੋਰ ਸੀਗੇ 5 ਪਿਆਰੇ ਸੀ, ਦੇ ਵਰ ਸ਼ਡਿਊਲਡ ਟੂ ਗੋ ਟੂ ਗੁਰੂ ਗੋਬਿੰਦ ਸਿੰਘ ਜੀ। ਉਹਨਾਂ ਨੇ ਉਹਨਾਂ ਕੋਲ ਜਾਣਾ ਸੀ ਤੇ ਉਹਨਾਂ ਨੇ ਉਹਨਾਂ ਤੋਂ ਰਸਤਾ ਲੈਣਾ ਸੀਗਾ। ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਜਦੋਂ 5 ਪਿਆਰੇ ਜਾਂਦੇ ਨੇ ਤੇ 5 ਪਿਆਰਿਆਂ ਨੂੰ ਉਹਨਾਂ ਨੇ ਜਿਹੜੇ ਨਾਮ ਨੇ, ਸਾਹਿਬ ਸਿੰਘ, ਦਇਆ ਸਿੰਘ, ਮੋਹਕਮ, ਇਹ ਬੇਸਿਕਲੀ ਗੁਣ ਨੇ। ਇਹ ਗੁਣ ਦੇ ਨਾਲ ਤੁਸੀਂ ਆਪਣਾ ਰਸਤਾ ਚੁਣਨਾ। ਤਾਂ ਉਹ ਜਿਨ੍ਹਾਂ ਲੋਕਾਂ ਨੇ ਰਸਤਾ ਚੁਣਿਆ ਹੈ, ਅੱਜ ਉਸ ਰਸਤੇ ਦੇ ਉੱਪਰ ਤੁਸੀਂ ਦੇਖੋ ਕਿ ਇਟਸ ਯੂਨੀਵਰਸਲ। ਉਹ ਫਿਲਾਸਫਰ ਅਸੀਂ ਯੂਨੀਵਰਸਲ ਮੰਨਦੇ ਹਾਂ, ਉਹ ਫਿਲਾਸਫੀ ਅਸੀਂ ਯੂਨੀਵਰਸਲ ਮੰਨਦੇ ਹਾਂ ਜਿਹੜੀ ਫਿਲਾਸਫੀ ਵਰਲਡ ਵਿੱਚ ਐਕਸੈਪਟ ਹੋ ਜਾਵੇ। ਇਸ ਟਾਈਮ ਜੋ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਹੈਗੀ ਆ, ਇਹ ਤਕਰੀਬਨ ਵਰਲਡ ਦੇ ਵਿੱਚ ਐਕਸੈਪਟ ਹੋਈ ਹੈਗੀ ਆ, ਕਿਉਂਕਿ ਇਹ ਨਾ ਬੰਦੇ ਨੂੰ ਫੋਕਸ ਕਰਦੀ ਆ। ਇਹਦੀ ਫਿਲਾਸਫੀ ਦੀ ਗੱਲ ਕਰ ਰਿਹਾ ਮੈਂ। ਸਿੱਖ ਦਾ ਮਤਲਬ ਸੀਗਾ ਲਰਨਰ। ਤਾਂ ਜੋ ਅਰਿਸਟੋਟਲ ਨੇ ਬਹੁਤ ਦੇਰ ਪਹਿਲਾਂ ਕਿਹਾ ਕਿ ਤੇਰਾ ਹਿਊਮਨ ਗੋਲ ਕੀ ਆ,
you are to attain happiness। ਹੂੰ ਤਾਂ ਹਜ਼ਾਰਾਂ ਸਾਲ ਬਾਅਦ ਜੋ ਗੁਰਬਾਣੀ ਹੈ, ਜਿਹੜਾ ਗੁਰੂ ਦਰਸ਼ਨ ਹੈ, ਉਹਨਾਂ ਨੇ ਵੀ ਇਹੀ ਗੱਲ ਕਿਹਾ ਕਿ ਅਲਟੀਮੇਟ ਏਟ ਤੁਹਾਡਾ ਗੋਲ ਕੀ ਹੈਗਾ, ਟੂ ਅਟੇਨ ਸਟੇਟ ਆਫ ਬਲਿਸ, ਆਨੰਦ ਦੀ ਅਵਸਥਾ। ਹਿੰਦੂ ਸ਼ਾਸਤਰਾਂ ਨੇ ਵੀ ਇਹੀ ਕਿਹਾ ਕਿ ਮਨੁੱਖ ਨੇ ਮੋਮੈਂਟਰੀ ਜਿਹੜੀਆਂ ਹੈਗੀਆਂ ਨੇ ਇਹ ਲਾਈਫ ਦਾ ਪਾਰਟ ਨੇ ਤੁਹਾਡੀਆਂ। ਤੁਹਾਡੇ ਬੱਚੇ ਦਾ ਜਨਮ ਹੋ ਗਿਆ, ਤੁਹਾਨੂੰ ਬਹੁਤ ਖੁਸ਼ੀ ਆ, ਤੁਸੀਂ ਬਰਥਡੇ ਮਨਾ ਰਹੇ ਹੋ, ਤੁਹਾਨੂੰ ਬਹੁਤ ਖੁਸ਼ੀ ਆ, ਬੱਚਾ ਤੁਹਾਡਾ IAS ਕਰ ਗਿਆ, ਤੁਹਾਨੂੰ ਬਹੁਤ ਖੁਸ਼ੀ ਆ, ਤੁਹਾਡਾ ਵੀਜ਼ਾ ਲੱਗ ਗਿਆ, ਤੁਹਾਨੂੰ ਬਹੁਤ ਖੁਸ਼ੀ ਆ, ਤੁਹਾਡੀ PR ਹੋ ਗਈ, ਤੁਹਾਡੀ ਹੋਸ਼। ਇਹ ਮੋਮੈਂਟਰੀ ਖੁਸ਼ੀਆਂ ਨੇ। ਬੰਦੇ ਨੂੰ ਧਰਤੀ ਉੱਪਰ ਰਹਿਣ ਵਾਸਤੇ ਇਸ ਕਿਸਮ ਦੀਆਂ ਖੁਸ਼ੀਆਂ ਦੀ ਬਹੁਤ ਜ਼ਰੂਰਤ ਹੈ। ਪਰ ਜਦੋਂ ਬੰਦਾ ਇਹਨਾਂ ਖੁਸ਼ੀਆਂ ਦੇ ਨਾਲ ਸੰਤੁਸ਼ਟ ਨਹੀਂ ਹੁੰਦਾ ਤਾਂ ਉਹਨੂੰ ਇੰਝ ਲੱਗਦਾ ਕਿ ਸ਼ਾਇਦ ਮੇਰਾ ਕੋਈ ਹੋਰ ਵੀ ਗੋਲ ਹੈਗਾ, ਤੇ ਫਿਰ ਉਹ ਰਿਲੀਜਨ ਵੱਲ ਜਾਂ ਰਿਲੀਜੀਅਸ ਫਿਲਾਸਫੀ ਵੱਲ ਮੁੜਦਾ ਹੈ। ਉਹਦੀ ਇੱਕ ਏਜ ਹੁੰਦੀ ਹੈਗੀ ਆ, ਹਰ ਬੰਦੇ ਦੀ ਏਜ, ਜਿਸ ਤਰ੍ਹਾਂ ਮੈਂ ਤੁਹਾਨੂੰ ਜ਼ਿਕਰ ਕਰ ਰਿਹਾ ਕਿ ਆਪਾਂ ਆਮ ਸੋਚਦੇ ਹਾਂ ਕਿ ਜਦੋਂ 60-70 ਸਾਲ ਦੀ ਏਜ ਹੁੰਦੀ ਆ ਤਾਂ ਅਸੀਂ ਰਿਲੀਜਨ ਵੱਲ ਜਾਂਦੇ ਹਾਂ, ਤੇ ਬਾਬਾ ਬੁੱਢਾ ਜੀ ਦੀ ਉਮਰ ਤਾਂ ਬਹੁਤ ਥੋੜੀ ਸੀ। ਉਹਨਾਂ ਦੀ ਅਵਸਥਾ ਉਸ ਟਾਈਮ 12-15 ਸਾਲ 'ਚ ਇੰਨੀ ਉੱਚੀ ਸੀ। ਤਾਂ ਹਰ ਬੰਦੇ ਦੀ ਇੱਕ ਅਵਸਥਾ ਹੈਗੀ ਆ, ਉਸਨੇ ਖੁਸ਼ੀ ਪ੍ਰਾਪਤ ਕਰਨੀ ਹੈਗੀ ਆ। ਜਿਸ ਘਰ ਦੇ ਵਿੱਚ ਬੱਚਾ ਨਹੀਂ ਹੈ, ਉਹਦੀ ਪ੍ਰੇਅਰ ਤਾਂ ਇੰਨੀ ਆ, ਮੇਰੇ ਘਰ 'ਚ ਬੱਚਾ ਆ ਜਾਵੇ ਤੇ ਮੈਨੂੰ ਖੁਸ਼ੀ ਮਿਲ ਜਾਵੇ। ਬਿਲਕੁਲ, ਉਹਦਾ ਹਿਰਵਾ ਨੂੰ ਰਹਿੰਦਾ, ਦੁੱਖ ਰਹਿੰਦਾ। ਤੁਹਾਡਾ ਬੱਚਾ ਬਿਮਾਰ ਹੋ ਗਿਆ, ਤੁਹਾਨੂੰ ਲੱਗਦਾ ਹੈਗਾ ਕਿ ਬੱਚਾ ਮੇਰਾ ਠੀਕ ਹੋ ਜਾਵੇ, ਘਰ ਵਿੱਚ ਖੁਸ਼ੀ ਆ। ਤਾਂ ਜਿਹੜੀਆਂ ਮੋਮੈਂਟਲੀ ਖੁਸ਼ੀਆਂ ਨਾ, ਇਹ ਲਾਈਫ ਨੂੰ ਬਹੁਤ ਜਿਉਂਦਾ ਰੱਖਦੀਆਂ ਨੇ। ਮਤਲਬ ਛੋਟੀਆਂ ਖੁਸ਼ੀਆਂ ਜਿਹੜੀਆਂ ਇਹ ਬੜੀਆਂ ਇੰਪੋਰਟੈਂਟ ਆ। ਇਹ ਬਹੁਤ ਇੰਪੋਰਟੈਂਟ। ਠੀਕ। ਫਿਰ ਬੰਦਾ ਜਿਹੜਾ ਕਿਹੜੀ ਵੱਡੀ ਖੁਸ਼ੀ ਦੇ ਪਿੱਛੇ ਤੁਰਿਆ ਫਿਰਦਾ? ਵੱਡੀ ਖੁਸ਼ੀ ਜੋ ਮੈਨੂੰ ਇਉਂ ਲੱਗਦਾ ਕਿ ਮਨੁੱਖ ਨੂੰ ਸਮਝ ਲੈਣਾ ਚਾਹੀਦਾ, ਏਜ ਵਾਈਜ਼ ਸਮਝ ਲੈਣਾ ਚਾਹੀਦਾ ਕਿ ਜਿਹੜੀ ਆਨੰਦ ਦੀ ਅਵਸਥਾ ਨਾ, ਇਹ ਉਹਦਾ ਗੋਲ ਹੈ। ਆਨੰਦ ਦੀ ਅਵਸਥਾ ਤਾਂ ਤੁਸੀਂ ਗੱਲ ਚੱਲੀ ਜੀ, ਜਦੋਂ ਬੰਦਾ ਖਤਮ ਹੋ ਜਾਂਦਾ, ਮਰ ਜਾਂਦਾ, ਠੀਕ, ਅਸੀਂ ਕਹਿੰਦੇ ਜੀ ਪੂਰਾ ਹੋ ਗਿਆ। ਆਨੰਦ ਦੀ ਅਵਸਥਾ ਦੋ ਹੋਣੀ ਚਾਹੀਦੀ ਫਿਰ। ਵੇਖੋ, ਇਹ ਧਾਰਨਾ ਤੁਹਾਡੀ ਹੋ ਸਕਦੀ ਹੈ, ਪਰ ਆਨੰਦ ਦੀ ਅਵਸਥਾ ਜਿਹੜੀ ਹੈ ਨਾ, ਜੇ ਤੁਸੀਂ ਗੁਰਬਾਣੀ ਦੇ ਸ਼ੁਰੂ ਵਿੱਚ ਜਾਂਦੇ ਆ ਤਾਂ ਗੁਰਬਾਣੀ ਤੁਹਾਨੂੰ ਦੱਸਦੀ ਆ ਕਿ ਤੁਹਾਡੀ ਆਨੰਦ ਦੀ ਅਵਸਥਾ ਕਿਹੜੀ ਹੈਗੀ ਆ, ਕਿ ਤੁਸੀਂ ਕਿਸ ਪਾਸੇ ਤੁਰਨਾ ਹੈਗਾ। ਇਸ ਸੰਕਲਪ ਦੇ ਨਾਲ ਸ਼ੁਰੂ ਵਿੱਚ ਜਦੋਂ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ ਤਾਂ ਕਹਿੰਦੇ ਨੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਬਿਲਕੁਲ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਬਿਲਕੁਲ ਖੂਬਸੂਰਤ। ਇਹ ਇੱਕ ਤੁਹਾਨੂੰ ਰਸਤਾ ਦੱਸਦਾ ਉਹਨਾਂ ਨੇ। ਇੱਥੋਂ ਤੁਸੀਂ ਸ਼ੁਰੂ ਕਰ ਸਕਦੇ ਹੋ ਜ਼ਿੰਦਗੀ। ਕਿਹੜੀ ਏਜ ਵਿੱਚ ਸ਼ੁਰੂ ਕਰਨੀ ਹੈਗੀ ਆ? ਉਹ ਤਾਂ ਉਦੋਂ ਹੀ ਸ਼ੁਰੂ ਕਰਨੀ ਆ ਜਦੋਂ ਤੁਹਾਡੇ ਬੱਚੇ ਜਿਹੜੇ ਹੈਗੇ ਉਡਾਰ ਹੋ ਜਾਂਦੇ ਹੈਗੇ ਆ, ਤੁਹਾਡੇ ਕੋਲ ਟਾਈਮ ਹੁੰਦਾ ਹੈਗਾ। ਕਿਉਂਕਿ ਗੁਰੂ ਸਾਹਿਬ ਨੇ ਕਿਤੇ ਨਹੀਂ ਕਿਹਾ ਵੀ ਤੁਸੀਂ ਗ੍ਰਸਤੀ ਦੇ ਪਹਿਲੇ ਦਿਨ ਹੀ ਜਾ ਕੇ ਤੁਸੀਂ ਸਟੇਟ ਆਫ ਬਲਿਸ ਵੱਲ ਜਾਓ। ਉਹ ਤਾਂ ਕਹਿੰਦੇ ਆ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰੋ। 20-20 ਸਾਲ ਦੀਆਂ ਜਿਹੜੀਆਂ 4 ਅਵਸਥਾਵਾਂ ਦੱਸੀਆਂ ਉਹਨਾਂ ਨੇ, ਤੇ ਹੁਣ ਤਾਂ ਕਿਉਂਕਿ ਏਜ 80 ਦੇ ਕਰੀਬ ਰਹਿ ਜਾਂਦੀ ਆ, ਤਾਂ ਲਾਸਟ ਜਿਹੜੀ ਅਵਸਥਾ ਹੈਗੀ ਆ, ਜਿਹੜੀ ਹਿੰਦੂ ਧਰਮ ਦੇ ਵਿੱਚ ਵੀ, ਹਿੰਦੂ ਫਿਲਾਸਫੀ ਵਿੱਚ ਵੀ ਕਹੀ ਸੀਗੀ ਕਿ ਉਹ ਤੇਰੀ ਸਟੇਟ ਆਫ ਬਲਿਸ ਨੂੰ, ਆਈਡੀਆ ਆਫ ਹੈਪੀਨੈਸ ਤਾਂ ਬਚਪਨ 'ਚ ਸੀਗਾ, ਤਾਂ ਸਟੇਟ ਆਫ ਬਲਿਸ ਨੂੰ ਅੰਡਰਸਟੈਂਡ ਕਰਨ ਵਾਸਤੇ ਤੁਹਾਡੀ ਉਹ ਉਮਰ ਹੁੰਦੀ ਹੈਗੀ ਆ। ਇੱਕ ਆਮ ਵਿਅਕਤੀ ਜ਼ਿੰਦਗੀ ਜੀਣਾ ਚਾਹੁੰਦਾ, ਖੁਸ਼ ਰਹਿਣਾ ਚਾਹੁੰਦਾ, ਜਿਵੇਂ ਉਹਦੀਆਂ ਜ਼ਿੰਮੇਵਾਰੀਆਂ ਵੀ ਹੈਗੀਆਂ, ਪਰਿਵਾਰ ਪ੍ਰਤੀ, ਬੱਚਿਆਂ ਪ੍ਰਤੀ, ਵੱਡਿਆਂ ਪ੍ਰਤੀ, ਸਮਾਜ ਪ੍ਰਤੀ ਜ਼ਿੰਮੇਵਾਰੀਆਂ ਹੈਗੀਆਂ। ਸਮਾਜ ਦੀ ਸੇਵਾ ਕਰਦੇ ਕਰਦੇ ਲੋਕ ਜਵਾਨੀ ਤੋਂ ਸ਼ੁਰੂ ਕਰਦੇ ਆ, ਬੁਢਾਪਾ ਵੀ ਆ ਜਾਂਦਾ ਤੇ ਖ਼ਤਮ ਵੀ ਉੱਥੇ ਹੀ ਹੋ ਜਾਂਦੇ ਆ, ਤੇ ਉਹਨੂੰ ਯਾਦ ਕੀਤਾ ਜਾਂਦਾ ਕਿ ਇਸ ਵਿਅਕਤੀ ਨੇ ਸਮਾਜ ਵਾਸਤੇ ਇਹ ਯੋਗਦਾਨ ਪਾਇਆ, ਇਹ ਕੰਮ ਕੀਤਾ। ਉਹ ਸੰਤੁਸ਼ਟੀ ਨਹੀਂ ਹੈ। ਦੇਖੋ, ਸੰਤੁਸ਼ਟੀ ਜਿਹੜੀ ਹੈਗੀ ਆ ਉਹ ਡੈਥ ਤੋਂ ਪਹਿਲਾਂ ਹੀ ਹੈ। ਬੰਦੇ ਨੂੰ ਪਤਾ ਲੱਗ ਜਾਂਦਾ ਹੈਗਾ ਕਿ ਮੈਂ ਕਿੰਨਾ ਕੁ ਸੰਤੁਸ਼ਟ ਹੈਗਾ। ਜਿਵੇਂ ਜਿਵੇਂ ਬੰਦੇ ਦੀ ਏਜ ਵੱਧਦੀ ਆ, ਉਵੇਂ ਉਵੇਂ ਉਸਨੂੰ ਆਪਣੀ ਬੈਲੈਂਸ ਕਰ ਲੈਣਾ ਚਾਹੀਦਾ, ਆਪਣੀਆਂ ਡਿਜ਼ਾਇਰਸ ਦਾ ਔਰ ਆਪਣੇ ਅਕੰਪਲਿਸ਼ਮੈਂਟਸ ਦਾ। ਜੇ ਉਹਦੀਆਂ ਡਿਜ਼ਾਇਰਸ ਲਾਸਟ ਤੱਕ ਖਤਮ ਨਹੀਂ ਹੋਈਆਂ ਗਈਆਂ ਤੇ ਉਸ ਤੋਂ ਬਾਅਦ ਆਪਾਂ ਕਿੰਨਾ ਕਹੀ ਜਾਈਏ ਕਿ ਉਹ ਬਹੁਤ ਵੱਡਾ ਕੰਮ ਕਰ ਗਏ ਨੇ, ਉਹ ਸੰਤੁਸ਼ਟੀ ਵਾਲੀ ਕੰਮ ਹੈ। ਪਰ ਸਮਾਜ ਦੇ ਨਾਲ ਨਾਲ ਮਨੁੱਖ ਨੂੰ ਆਪਣੇ ਮਾਈਂਡ ਦੀ ਐਵੋਲੂਸ਼ਨ ਕਰਨੀ ਬਹੁਤ ਜ਼ਰੂਰੀ ਹੈਗੀ ਆ, ਕਿਉਂਕਿ ਜਿਹੜੀ ਤੁਹਾਡੀ ਵਿਜ਼ਡਮ ਹੈ, ਦਿਸ ਇਜ਼ ਸਬਜੈਕਟ ਟੂ ਦੀ ਕੁਆਲਿਟੀ ਆਫ ਯੂਰ ਸੋਲ। ਜੇ ਤੁਸੀਂ ਆਪਣੀ ਸੋਲ ਨੂੰ ਸਿਮਰਨ ਵੱਲ ਨਹੀਂ ਲਾਓਗੇ ਤਾਂ ਤੁਹਾਡੀ ਵਿਜ਼ਡਮ ਦੀ ਕੁਆਲਿਟੀ ਜਿਹੜੀ ਹੈਗੀ ਆ ਉਹ ਅਪਰਮੋਸਟ ਨਹੀਂ ਹੋਣੀ। ਇਹ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਹੈਗਾ ਕਿ ਉਹਨਾਂ ਨੇ ਕਿਉਂ ਕਿਹਾ ਕਿ ਸਿਮਰਨ ਕਰੋ,
ਸਿਮਰਨ ਜ਼ਰੂਰੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਤੁਸੀਂ 24 ਘੰਟੇ ਕਰੋ, ਉਹਨਾਂ ਨੇ ਕਿਹਾ 5 ਮਿੰਟ ਕਰੋ, ਘੜੀ ਕਰੋ, ਅੱਧੀ ਘੜੀ ਕਰੋ। ਉਹ ਸਿਮਰਨ ਕਿਹਨੇ ਕਰਨਾ? ਉਹ ਤੁਹਾਡੇ ਮਨ ਨੇ ਕਰਨਾ ਹੈ। ਕਿਉਂਕਿ ਸਰੀਰ ਨੂੰ ਤਾਂ ਕੁਝ ਹੋਇਆ ਨਹੀਂ, ਨਾ ਸਰੀਰ ਨੂੰ ਕੋਈ ਖੁਸ਼ੀ ਹੁੰਦੀ ਹੈ। ਖੁਸ਼ੀ ਤੁਹਾਡੇ ਮਨ ਨੂੰ ਹੁੰਦੀ ਹੈ। ਦੋ ਗੱਲਾਂ ਮੈਂ ਕਰਕੇ ਤੇ ਤੁਹਾਡੇ ਕੋਲੋਂ ਉੱਤੇ ਫਿਰ ਟਿੱਪਣੀ ਲੈਣੀ ਚਾਹੁੰਦਾ। ਲੇਖਕ ਲੋਕ ਹੈ ਜੀ, ਹਾਂਜੀ, ਪਤਾ ਨਹੀਂ ਕਿਹੜੀ ਉਮਰ 'ਚ ਲਿਖਣਾ ਸ਼ੁਰੂ ਕਰ ਦਿੰਦੇ, ਕਈ ਤਾਂ ਬਚਪਨ ਤੋਂ ਲਿਖਦੇ ਆ, ਕਈ ਕਿਸੇ ਹੋਰ ਸਟੇਜ 'ਤੇ ਜਾ ਕੇ ਲਿਖਣਾ ਸ਼ੁਰੂ ਕਰਦੇ ਆ, ਲਿਖੀ ਜਾਂਦੇ, ਕਿਤਾਬਾਂ ਦੀਆਂ ਕਿਤਾਬਾਂ ਛਪੀ ਜਾਂਦੀਆਂ। ਉਹਨਾਂ ਦੇ ਅੰਦਰ ਫਿਰ ਵੀ ਜਜ਼ਬਾ ਹੁੰਦਾ ਲਾਸਟ ਮੂਮੈਂਟ ਤੱਕ, ਆਪਦੇ ਮਰਨ ਤੱਕ, ਜਦੋਂ ਉਹਨਾਂ ਨੂੰ ਕੰਨਾਂ ਤੋਂ ਸੁਣਨਾ ਹਟ ਜਾਂਦਾ, ਅੱਖਾਂ ਤੋਂ ਦਿਸਣਾ ਹਟ ਜਾਂਦਾ, ਚੱਲਣਾ ਫਿਰਨਾ ਵੀ ਬੰਦ ਹੋ ਜਾਂਦਾ, ਉਹਨਾਂ ਦੀ ਤਲਬ ਫਿਰ ਵੀ ਰਹਿੰਦੀ ਕਿ ਮੈਂ ਕੁਛ ਨਾ ਕੁਛ ਲਿਖਾਂ। ਇੱਕ ਉਹਨਾਂ ਦੀ ਸੰਤੁਸ਼ਟੀ ਲੈਵਲ ਦੀ ਗੱਲ। ਉਹ ਕਈ ਵਾਰੀ ਅਸੰਤੁਸ਼ਟੀ ਮਰ ਜਾਂਦੇ ਆ ਕਿ ਮੈਂ ਆਹ ਕੰਮ ਕਰਨਾ ਚਾਹੁੰਦਾ ਸੀ, ਮੇਰੀ ਕਿਤਾਬ ਛਪੀ ਨਹੀਂ, ਮੈਂ ਕਿਤਾਬ ਆਹ ਲਿਖਣੀ ਸੀ ਜਾਂ ਛਪੀ ਨਹੀਂ। ਠੀਕ ਹੈ ਜੀ। ਇੱਕ ਹੋਰ ਮੈਂ ਘਟਨਾ ਦਾ ਜ਼ਿਕਰ ਕਰਨਾ ਚਾਹੁੰਦਾ। ਸ਼ਹੀਦ ਆਜ਼ਮ ਭਗਤ ਸਿੰਘ ਦੀ ਗੱਲ ਹੈ। ਉਹ ਦੱਸਿਆ ਜਾਂਦਾ ਜੀ ਜਦੋਂ ਉਹਨਾਂ ਨੂੰ ਫਾਂਸੀ ਤੇ ਤਖਤੇ ਤੇ ਲੈ ਕੇ ਜਾਣਾ ਸੀਗਾ, ਤੇ ਉਹ ਜਿਹੜਾ ਕੋਈ ਮੁਲਾਜ਼ਮ ਹੋ ਜੇਲ੍ਹ ਦਾ, ਉਹ ਲੈਣ ਆਇਆ ਵੀ ਭਗਤ ਸਿੰਘ ਤੇਰਾ ਟਾਈਮ ਹੋ ਗਿਆ ਤੇ ਫਾਂਸੀ ਦਾ ਟਾਈਮ ਹੋ ਗਿਆ, ਤੈਨੂੰ ਫਾਂਸੀ ਦਿੱਤੀ ਜਾਣੀ ਹੈ। ਉਹ ਉਸ ਵੇਲੇ ਪੜ੍ਹ ਰਿਹਾ ਸੀ। ਉਹ ਕਹਿੰਦਾ ਸੀ ਇੱਕ ਇਨਕਲਾਬੀ ਜਿਹੜਾ ਇੱਕ ਦੂਜੇ ਇਨਕਲਾਬੀ ਦੇ ਨਾਲ ਗੱਲ ਕਰ ਰਿਹਾ, ਔਰ ਉਹਨੇ ਉਹ ਕਿਤਾਬ ਦਾ ਕਹਿੰਦੇ ਜੀ ਵਰਕਾ ਇੱਦਾਂ ਮੋੜਤਾ। ਅਸੀਂ ਆਮ ਤੌਰ 'ਤੇ ਜਦੋਂ ਕਿਤਾਬਾਂ ਪੜ੍ਹਦੇ ਇੱਦਾਂ ਹੀ ਵਰਕਾ ਮੋੜ ਦਿੰਦੇ ਹਾਂ ਕਿ ਕੱਲ੍ਹ ਨੂੰ ਇੱਥੋਂ ਫਿਰ ਸ਼ੁਰੂ ਕਰ ਲਾਂਗੇ, ਜਾਂ ਜਦੋਂ ਫਿਰ ਦੁਬਾਰਾ ਪੜ੍ਹਨਾ ਇੱਥੋਂ ਸ਼ੁਰੂ ਕਰ ਲਾਂਗੇ। ਫਿਰ ਉਹਨੂੰ ਤਾਂ ਵੀ ਸੰਤੁਸ਼ਟੀ ਦੀ ਗੱਲ ਹੋਊਗੀ, ਉਹ ਤਾਂ ਫਿਰ ਅਸੰਤੁਸ਼ਟੀ ਚਲਾ ਗਿਆ ਇਸ ਦੁਨੀਆ ਤੋਂ। ਜਿੱਥੋਂ ਤੱਕ ਜਿਵੇਂ ਸਰਦਾਰ ਭਗਤ ਸਿੰਘ ਜੀ ਦੀ ਗੱਲ ਤੁਸੀਂ ਕਰਦੇ ਹੋ, ਜੋ ਮੈਂ ਮਹਿਸੂਸ ਕਰਦਾ ਕਿ ਉਹ ਉੱਚੀ ਅਵਸਥਾ ਵਾਲੇ ਵਿਅਕਤੀ ਸੀਗੇ। ਜਿਹੜੇ ਉੱਚੀ ਅਵਸਥਾ ਵਾਲੇ ਵਿਅਕਤੀ ਹੁੰਦੇ ਆ ਨਾ, ਉਹਨਾਂ ਦੀ ਖੁਸ਼ੀ ਜਿਹੜੀ ਹੁੰਦੀ ਆ ਉਹ ਡਿਫਰੈਂਟ ਕਿਸਮ ਦੀ ਹੁੰਦੀ ਹੈ, ਸਧਾਰਨ ਵਿਅਕਤੀ ਵਾਲੀ ਨਹੀਂ ਹੁੰਦੀ। ਆਪਣੇ ਸਿੱਖ ਇਤਿਹਾਸ ਦੇ ਵਿੱਚ ਦੇਖੋ ਕਿ ਜਦੋਂ ਦੇਗਾਂ ਵਿੱਚ ਵਾਲੇ ਜਾਂਦੇ ਸੀ, ਬਿਲਕੁਲ ਉਹ ਉੱਚੀਆਂ ਅਵਸਥਾਵਾਂ ਸੀ। ਉਹ ਉੱਚੀ ਅਵਸਥਾ ਵਾਲੇ ਲੋਕ ਸਰੀਰਕ ਪੀੜਾ ਤੋਂ ਦੂਰ ਹੋ ਜਾਂਦੇ। ਉਹਨਾਂ ਨੂੰ ਖੁਸ਼ੀ ਵੀ ਇਸੇ ਗੱਲ 'ਚ ਸੀ, ਇਸੇ ਗੱਲ ਦੀ ਉਹਨਾਂ ਨੂੰ ਖੁਸ਼ੀ। ਇਹੀ ਗੱਲ ਤੇ ਮੈਂ ਲੈ ਕੇ ਆਉਣਾ ਚਾਹੁੰਦਾ ਸੀ ਵੀ ਉਹਨਾਂ ਦੀ ਖੁਸ਼ੀ ਵੀ ਇਸੇ ਕੰਮ ਵਿੱਚ, ਕੁਰਬਾਨੀ ਦੇਣ 'ਚ। ਠੀਕ ਹੈ ਜੀ। ਮਤਲਬ ਸਿਰ ਨਾਲ, ਸਿਦਕ ਨਾਲ ਕੁਰਬਾਨੀ ਦੇਣੀ, ਉਸ ਰਾਹ ਤੇ ਚੱਲੇ। ਉਹਨਾਂ ਨੂੰ ਪਤਾ ਸੀ ਵੀ ਇਹਦਾ ਅੰਤ ਤਾਂ ਇੱਥੇ ਹੀ ਹੈ। ਕਿਉਂਕਿ ਉਹ ਆਮ ਵਿਅਕਤੀ ਨਹੀਂ, ਅਸੀਂ ਉਹਨਾਂ ਨੂੰ ਵਿਸ਼ੇਸ਼ ਵਿਅਕਤੀ ਕਹਿੰਦੇ ਆ। ਉਹ ਵੱਡੇ ਰਾਹਾਂ ਤੇ ਚੱਲਣ ਵਾਲੇ ਵਿਅਕਤੀ ਹੁੰਦੇ ਆ, ਤੇ ਵੱਡੇ ਰਾਹਾਂ ਤੇ ਚੱਲਣ ਵਾਲੇ ਤੇ ਆਮ ਵਿਅਕਤੀ ਵਿੱਚ ਬਹੁਤ ਫਰਕ ਹੁੰਦਾ। ਉਹਨਾਂ ਦਾ ਉੱਥੇ ਕਿਤਾਬ ਪੜ੍ਹਨਾ ਤੇ ਇਸ ਗੱਲ ਨੂੰ ਅੰਡਰਸਟੈਂਡ ਕਰਨਾ, ਮੈਨੂੰ ਤਾਂ ਇੰਝ ਵੀ ਲੱਗਦਾ ਕਿ ਉਹਨਾਂ ਨੂੰ ਤਾਂ ਡੈਥ ਦੀ ਟੋਟਲ ਅੰਡਰਸਟੈਂਡਿੰਗ ਹੋਊਗੀ, ਸਾਡੇ ਨਾਲੋਂ ਬਹੁਤ ਉੱਪਰ ਕਿਸਮ ਦੀ ਹੋਊਗੀ। ਤੇ ਜਦੋਂ ਤੁਹਾਨੂੰ ਡੈਥ ਦੀ ਅੰਡਰਸਟੈਂਡਿੰਗ ਹੁੰਦੀ ਹੈਗੀ ਆ, ਤੁਹਾਡਾ ਮਾਨਸਿਕ ਸੰਤੁਲਨ ਬਹੁਤ ਉੱਚਾ ਹੁੰਦਾ ਤੇ ਤੁਹਾਡੇ ਮਨ ਦੀ ਅਵਸਥਾ ਬਹੁਤ ਉੱਚੀ ਹੁੰਦੀ। ਸਿੱਧੀ ਸ਼ਬਦਾਂ 'ਚ ਦੱਸੋ ਜੀ, ਖੁਸ਼ੀ ਹਰ ਇੱਕ ਬੰਦਾ ਲੈਣੀ ਚਾਹੁੰਦਾ, ਖੁਸ਼ ਹੋਣਾ ਚਾਹੁੰਦਾ। ਮੰਨ ਲਓ ਤੁਸੀਂ ਡਾਕਟਰ ਹੋਵੋ ਇਸ ਗੱਲ ਤੇ ਕਿ ਖੁਸ਼ੀਆਂ ਵੰਡਦੇ ਹੋ, ਪੇਸ਼ੈਂਟ ਨੂੰ ਕੀ ਕਹੋਗੇ ਬੀਇੰਗ ਡਾਕਟਰ ਕਿ ਆਹ ਖੁਸ਼ੀ ਦੀ ਪੁੜੀ ਲੈ ਜਾ? ਨਹੀਂ, ਮੈਂ ਕਹਿੰਦਾ ਕਿ ਸਵੇਰ ਤੋਂ ਸ਼ਾਮ ਤੱਕ ਤੁਹਾਡੇ ਕੋਲੇ ਹਰ ਪਲ ਵਿੱਚ ਖੁਸ਼ੀ ਹੁੰਦੀ ਆ। ਹਰ ਪਲ ਦੇ ਅਹਿਸਾਸ ਕਰਨ ਦੀ ਲੋੜ ਹੈ, ਸਮਝਣ ਦੀ ਲੋੜ ਹੈ। ਠੀਕ ਹੈ। ਜੇ ਤੁਸੀਂ ਆਪਦੇ ਮਾਈਂਡ ਨੂੰ ਇਸ ਤਰ੍ਹਾਂ ਟ੍ਰੇਨਡ ਕਰ ਲਓ ਕਿ ਸਵੇਰ ਤੋਂ ਸ਼ਾਮ ਤੱਕ ਤੁਸੀਂ ਬ੍ਰੇਕਫਾਸਟ ਲੈਂਦੇ ਹੋ, ਤੁਹਾਨੂੰ ਅੱਛਾ ਲੱਗਦਾ, ਤੁਹਾਡੀ ਖੁਸ਼ੀ ਹੈ, ਤੁਸੀਂ ਉਹਦਾ ਕੰਪਲੀਮੈਂਟ ਕਰਦੇ ਹੋ, ਖੁਸ਼ੀ ਹੈ, ਤੁਹਾਡੀ ਮਿਸਿਸ ਨੂੰ ਖੁਸ਼ੀ ਹੈ, ਤੁਹਾਡੇ ਬੱਚਿਆਂ ਨੂੰ ਖੁਸ਼ੀ ਹੈ, ਤੁਹਾਡੇ ਬੱਚੇ ਤਿਆਰ ਹੋ ਕੇ ਸਕੂਲ ਜਾ ਰਹੇ ਨੇ, ਖੁਸ਼ੀ ਜਾ ਰਹੇ ਨੇ, ਉਹਦੇ ਵਿੱਚ ਖੁਸ਼ੀ ਆ। ਤਾਂ ਸਵੇਰ ਤੋਂ ਸ਼ਾਮ ਤੱਕ ਤੁਹਾਡੀਆਂ ਇਹ ਹੈਬਿਟਸ ਨੇ ਜਿਹੜੀਆਂ ਤੁਹਾਨੂੰ ਖੁਸ਼ੀ ਦਿੰਦੀਆਂ ਨੇ। ਸਾਰੇ ਦਿਨ ਦੀਆਂ ਜਿਹੜੀਆਂ ਤੁਹਾਡੀਆਂ ਕਾਰਵਾਈਆਂ, ਕਾਰਗੁਜ਼ਾਰੀਆਂ, ਪਲ ਪਲ ਦੀ ਗੱਲ ਜਿਹੜੀ ਹੈਗੀ ਆ, ਅਸਲ 'ਚ ਖੁਸ਼ੀ ਤੁਸੀਂ ਲੈ ਸਕਦੇ ਹੋ, ਸੰਤੁਸ਼ਟੀ ਵੀ ਲੈ ਸਕਦੇ ਹੋ, ਤੁਹਾਡੀ ਇੱਛਾ ਹੋਣੀ ਚਾਹੀਦੀ। ਮੈਂ ਤੁਹਾਨੂੰ ਨਾ ਇੱਕ ਅਮਰੀਕਨ ਫਿਲਾਸਫਰ ਹੋਏ ਨੇ, ਉਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਖੁਸ਼ੀ ਲੈਣ ਵਾਸਤੇ ਡਾਇਰੈਕਟ ਕੀਤਾ ਜਾਂਦਾ ਕਿ ਤੁਸੀਂ ਖੁਸ਼ ਰਹੋ। ਠੀਕ ਹੈ। ਉਹ ਕਹਿੰਦੇ ਗੱਲ ਇਸ ਤਰ੍ਹਾਂ ਨਹੀਂ ਹੈਗੀ, ਗੱਲ ਇਸ ਦੇ ਰਿਵਰਸ ਆ। ਖੁਸ਼ੀ ਤੁਹਾਨੂੰ ਤੁਹਾਡੇ ਕੰਮਾਂ ਵਿੱਚੋਂ ਆਉਣੀ ਚਾਹੀਦੀ ਹੈ। ਯੂ ਸ਼ੁੱਡ ਇੰਜੋਏ ਯੂਅਰ ਵਰਕ, ਯੂ ਸ਼ੁੱਡ ਇੰਜੋਏ ਯੂਅਰ ਅਕੰਪਲਿਸ਼ਮੈਂਟ। ਤਾਂ ਉਹ ਕਹਿੰਦੇ ਵੀ ਜੇ ਤੁਸੀਂ ਖੁਸ਼ੀ ਪ੍ਰਾਪਤ ਕਰਨੀ ਆ, ਤੁਸੀਂ ਆਪਣਾ ਪਰਪਸ ਜ਼ਰੂਰ ਨਿਸ਼ਚਿਤ ਕਰੋ ਕਿ ਮੈਂ ਗੋਲ ਕੀ ਆ ਮੇਰਾ। ਜਿੰਨਾ ਜ਼ਿਕਰ ਤੁਹਾਡੇ ਸਾਹਮਣੇ ਪਰਪਸ ਨਹੀਂ, ਤੁਹਾਡਾ ਗੋਲ ਨਹੀਂ ਤੇ ਉਹਦੀ ਅਕੰਪਲਿਸ਼ਮੈਂਟ ਨਹੀਂ ਹੈ, ਤੇ ਉਨੀ ਦੇਰ ਤੁਹਾਨੂੰ ਖੁਸ਼ੀ ਪ੍ਰਾਪਤ ਨਹੀਂ ਹੋਊਗੀ। ਬਿਲਕੁਲ ਠੀਕ। ਤੇ ਜ਼ਿੰਦਗੀ ਦੇ ਵਿੱਚ ਮੈਂ ਅਲ ਗਜ਼ਾਲੀ ਦਾ ਜ਼ਿਕਰ ਕਰਨਾ ਜ਼ਰੂਰ ਚਾਹਾਂਗਾ। ਅਲ ਗਜ਼ਾਲੀ ਜਿਹੜੇ ਹੈਗੇ ਆ, ਉਹ ਇਸਲਾਮਿਕ ਫਿਲਾਸਫਰ ਹੋਏ ਨੇ। ਉਹਨਾਂ ਨੇ 4 ਚੀਜ਼ਾਂ ਕਹੀਆਂ ਨੇ ਕਿ ਤੁਹਾਨੂੰ 4 ਚੀਜ਼ਾਂ ਦਾ ਗਿਆਨ ਹੋਣਾ ਚਾਹੀਦਾ। ਇੱਕ ਤਾਂ ਤੁਹਾਨੂੰ ਆਪਣਾ ਖੁਦ ਦਾ ਗਿਆਨ ਹੋਣਾ ਚਾਹੀਦਾ,
ਕਿ ਮੈਂ ਕੀ ਹਾਂ। ਦੂਜੀ ਗੱਲ ਉਹ ਕਹਿੰਦੇ ਵੀ ਤੁਹਾਨੂੰ ਸਮਾਜ ਦਾ ਗਿਆਨ ਹੋਣਾ ਚਾਹੀਦਾ ਕਿ ਸਮਾਜ ਕੀ ਆ। ਤੀਜੀ ਗੱਲ ਉਹ ਕਹਿੰਦੇ ਕਿ ਤੁਹਾਨੂੰ ਪਰਮਾਤਮਾ ਦਾ ਗਿਆਨ ਹੋਣਾ ਚਾਹੀਦਾ। ਤੇ ਚੌਥੀ ਉਹ ਕਹਿੰਦੇ ਨੇ ਕਿ ਤੁਹਾਨੂੰ ਪਰਲੋਕ ਦਾ ਗਿਆਨ ਹੋਣਾ ਚਾਹੀਦਾ। ਇਹ ਚਾਰ ਚੀਜ਼ਾਂ ਉਹ ਕਹਿੰਦੇ ਕੰਸਟੀਚੂਐਂਟ ਨੇ ਜੇ ਤੁਸੀਂ ਸਟੇਟ ਆਫ ਬਲਿਸ। ਔਰ ਇਹ ਚਾਰ ਚੀਜ਼ਾਂ ਤੁਹਾਨੂੰ ਹਰ ਰੋਜ਼ ਜੇ ਤੁਸੀਂ ਯਾਦ ਰੱਖਦੇ ਹੋ ਤਾਂ ਤੁਸੀਂ ਹਰ ਪਲ ਆਪਣੀ ਖੁਸ਼ੀ ਮਾਣ ਸਕਦੇ ਹੋ। ਦੂਸਰੀ ਗੱਲ, ਇਹ ਜਿਹੜੀਆਂ ਖੁਸ਼ੀਆਂ ਜਿਹੜੀਆਂ ਹੈਗੀਆਂ ਕੋਈ ਕਿਸੇ ਨੇ ਤੁਹਾਨੂੰ ਝੋਲੀ 'ਚ ਪਾ ਕੇ ਨਹੀਂ ਦੇਣੀਆਂ ਹੈਗੀਆਂ, ਕਿਉਂਕਿ ਖਿਆਲ ਹੈ, ਖੁਸ਼ੀ ਦਾ ਖਿਆਲ ਹੈ। ਇੱਕ ਫਿਲਾਸਫਰ ਹੋਏ ਨੇ, ਉਹਨਾਂ ਦਾ ਨਾਂ ਹੀ ਲਾਫਿੰਗ ਫਿਲਾਸਫਰ ਸੀਗਾ। ਉਹ ਕਹਿੰਦੇ ਸੀ ਵੀ ਜ਼ਿੰਦਗੀ 'ਚ ਬੰਦਾ ਆਇਆ ਹੀ ਹੱਸਣ ਵਾਸਤੇ ਆ, ਤੇ ਤੁਸੀਂ ਉਦਾਸ ਕਿਉਂ? ਉਹਨਾਂ ਦਾ ਨਾਂ ਹੀ ਲਾਫਿੰਗ ਫਿਲਾਸਫਰ ਸੀਗਾ। ਤਾਂ ਜ਼ਿੰਦਗੀ ਨੂੰ ਹੱਸ ਕੇ ਗੁਜ਼ਰ ਬਸਰ ਕਰਨਾ, ਇਹ ਜ਼ਿੰਦਗੀ ਦਾ ਅਰਿਸਟੋਟਲ ਪਹਿਲਾ ਅਸੂਲ ਹੈ, ਇੱਕ ਪਹਿਲਾ ਅਸੂਲ ਹੈ। ਬਾਕੀ ਗੱਲਾਂ ਸਾਰੀਆਂ ਸਾਰੀਆਂ ਦੇਖੋ ਜੀ, ਜ਼ਿੰਦਗੀ ਤਾਂ ਤੁਸੀਂ ਇਹ ਪਲ, ਹਰ ਪਲ ਜਿਹੜਾ ਵਾ ਘੜੀ ਦੀਆਂ ਸੂਈਆਂ ਜਿਹੜੀਆਂ ਚੱਲੀ ਜਾਣੀਆਂ, ਤੁਸੀਂ ਸੂਈਆਂ ਵੱਲ ਹੱਸ ਕੇ ਵੇਖ ਲਓ ਤੇ ਭਾਵੇਂ ਰੋ ਕੇ ਵੇਖ ਲਓ, ਠੀਕ ਹੈ। ਉਹ ਟਾਈਮ ਤਾਂ ਜਿਹੜਾ ਲੰਘ ਗਿਆ ਵਾਪਸ ਨਹੀਂ ਆਉਣਾ। ਚੰਗੀ ਗੱਲ ਇਹ ਹੈ ਕਿ ਤੁਸੀਂ ਉਹਨੂੰ ਇੰਜੋਏ ਕਰੋ, ਹੱਸ ਕੇ ਰਹੋ, ਹੱਸ ਕੇ ਸਾਰੇ ਆਪਣੀ ਜ਼ਿੰਦਗੀ ਨੂੰ ਗੁਜ਼ਾਰੋ, ਆਪਣੀ ਜ਼ਿੰਦਗੀ ਨੂੰ ਜੀਓ। ਅਸਲ 'ਚ ਜ਼ਿੰਦਗੀ ਜਿਹੜੀ ਆਮ ਤੌਰ 'ਤੇ ਅਸੀਂ ਕਹਿੰਦੇ ਜ਼ਿੰਦਗੀ ਜਿੰਦਾਬਾਦ। ਜਿੰਦਾਬਾਦ ਤਾਂ ਹੀ ਆ ਜੇ ਅਸੀਂ ਖੁਸ਼ ਹਾਂ ਤੇ ਅਸੀਂ ਆਪਣੇ ਨੂੰ ਖੁਸ਼ ਰੱਖ ਸਕਦੇ ਹਾਂ, ਦੂਜੇ ਨੇ ਨਹੀਂ ਰੱਖਣਾ। ਮੈਡੀਕਲ ਸਾਇੰਸ ਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਦੱਸਣੀ ਹੈ। ਹਾਂਜੀ, ਕਿ ਮੈਡੀਕਲ ਸਾਇੰਸ ਵਾਲੇ ਕਹਿੰਦੇ ਆ ਵੀ ਜਦੋਂ ਤੁਹਾਡੇ ਖੁਸ਼ੀ ਦੇ ਹੰਝੂ ਹੁੰਦੇ ਆ ਨਾ, ਉਹਦੇ ਕੈਮੀਕਲ ਡਿਫਰੈਂਟ ਨੇ। ਜਦੋਂ ਤੁਸੀਂ ਉਦਾਸ ਹੋ, ਤੁਸੀਂ ਰੋਂਦੇ ਹੋ, ਉਹਦੇ ਡਿਫਰੈਂਟ ਨੇ। ਉਹ ਗੱਲ ਹੋਰ ਹੁੰਦੀ, ਬਿਲਕੁਲ। ਤੁਹਾਡਾ ਚਿਹਰਾ ਬਦਲ ਜਾਂਦਾ, ਬਿਲਕੁਲ ਠੀਕ। ਤਾਂ ਬਰਥ ਦੇ ਨਾਲ ਹੀ ਸਾਡੇ ਅੰਦਰ ਖੁਸ਼ੀ ਹੈ। ਇਸ ਨੂੰ ਤੁਹਾਨੂੰ ਰਿਅਲਾਈਜ਼ ਕਰ ਲੈਣਾ ਚਾਹੀਦਾ ਔਰ ਇਸ ਨੂੰ ਇੰਜੋਏ ਕਰਨਾ ਸਿੱਖਣਾ ਚਾਹੀਦਾ ਤੇ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ। ਬਿਲਕੁਲ। ਜ਼ਿੰਦਗੀ ਜਿੰਦਾਬਾਦ ਰਵੇ ਜੀ। ਹੈਪੀਨੈਸ ਲਈ ਬਹੁਤ ਆਈਡੀਆਜ਼ ਪ੍ਰੋਫੈਸਰ ਸਾਹਿਬ ਨੇ ਦੱਸੇ ਹੈਗੇ, ਪ੍ਰੋਫੈਸਰ ਬਰਾੜ ਨੇ। ਉਮੀਦ ਹੈ ਕਿ ਇਹ ਸਾਡੀ ਗੱਲਬਾਤ ਜਿਹੜੀ ਆ ਉਹ ਤੁਹਾਨੂੰ ਚੰਗੀ ਲੱਗੇਗੀ। ਅਸੀਂ ਕੰਟੀਨਿਊ ਰੱਖਾਂਗੇ। ਮੈਨੂੰ ਲੱਗਦਾ ਹੈ ਇਹ ਗੱਲ ਅਧੂਰੀ ਰਹਿ ਜਾਵੇਗੀ ਜੇ ਅਸੀਂ ਇਹਨੂੰ ਅੱਗੇ ਹੋਰ ਇਹਦੀਆਂ ਪਰਤਾਂ ਨਾ ਫਰੋਲੀਆਂ ਤਾਂ। ਨੈਕਸਟ ਟਾਈਮ ਫਿਰ ਕੋਸ਼ਿਸ਼ ਕਰਾਂਗੇ ਇਸੇ ਉੱਤੇ ਹੋਰ ਗੱਲ ਕਰਨ ਦੀ, ਜਾਂ ਫਿਰ ਨਵਾਂ ਟੌਪਿਕ ਲੈ ਕੇ ਬਰਾੜ ਸਾਹਿਬ ਆਉਣਗੇ। ਥੈਂਕ ਯੂ ਵੈਰੀ ਮਚ ਬਰਾੜ ਸਾਹਿਬ, ਮਿਹਰਬਾਨੀ। ਸ਼ੁਕਰੀਆ ਜੀ। ਵਾਇਸ ਆਫ ਇੰਡੀਆ ਇੱਕ ਬੜਾ ਦਿਲਚਸਪ ਟੌਪਿਕ ਸੀਗਾ। ਮੈਨੂੰ ਲੱਗਦਾ ਕਿ ਤੁਸੀਂ ਸਾਰੇ ਪਸੰਦ ਕਰੋਗੇ। ਤੇ ਮੇਰਾ ਮੈਸੇਜ ਵੀ ਇਹ ਆ ਕਿ ਆਪਣੇ ਬੱਚਿਆਂ ਨੂੰ ਖੁਸ਼ ਰੱਖੋ, ਆਪਦੇ ਪਰਿਵਾਰਾਂ ਨੂੰ ਖੁਸ਼ ਰੱਖੋ, ਔਰ ਇਹਦੇ ਤੇ ਕੋਈ ਬਿੱਲ ਨਹੀਂ ਆਉਂਦਾ, ਇਹਦੀ ਕੋਈ ਪੇਮੈਂਟ ਕਰਨ ਦੀ ਜ਼ਰੂਰਤ ਨਹੀਂ। ਬਹੁਤੀ ਵੱਡੀ ਮਿਹਨਤ ਦੀ ਵੀ ਲੋੜ ਨਹੀਂ, ਬਹੁਤ ਹੀ ਵੱਡੀ ਮਿਹਨਤ ਦੀ ਲੋੜ। ਥੈਂਕ ਯੂ।